मिथे हुए प्रोग्राम अनुसार हुण सत्कारयोग भाई साहब भाई सुरजीत सिंह जी हैड ग्रंथी साहिबान गुरुद्वारा सुल्तानपुर लोधी तो आए हैं। गुरमत विचारां दी सांझ पाणगे जी आया आखदे आ। सत्कार सहित बेनती है भाई साहब जी स्टेज ते हाज़रे हैं। पौने एक घंटे वास्ते आप जी नाल गुरमत विचारां दी सांझ पाउणगे। आओ बड़े प्यार दे नाल भाई साहब जी कोलों गुरमत विचारां सरवण करिए। वाहिगुरु साहिब जी जिस सिमरत दुख डेरा टहै, जिस सिमरत जम किश न कहै, जिस सिमरत होत सुके हरे, जिस सिमरत डूबत पाहुन तरे, संत सभा को सदा जयकार, हर हर नाम जन प्राण आधार, कहो नानक मेरी सुनी अरदास, संत प्रसाद मोको नाम निवास। तू सुल्तान कहाँ हो मियाँ, तेरी कवन वडाई, जो तू देह सो कहाँ स्वामी, मैं मूर्ख कहण ना जाई। विश्व दी इकलौती आस, ਗਿਆਨ ਦੇ ਮੁਜੱਸ਼ਮੇ, ਮਨੁੱਖਤਾ ਦੇ ਚਾਨਣ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਅੰਦਰ ਸਤਿਗੁਰੂ ਜੀ ਦੀ ਇਲਾਹੀ ਬਾਣੀ, ਨਿਰੰਕਾਰੀ ਬਾਣੀ, ਅਕਾਲੀ ਬਾਣੀ, ਰੱਬੀ ਬਾਣੀ ਦੀਆਂ ਧੁਨੀਆਂ ਨਾਲ ਗੜੁੰਦ ਗੁਰੂ ਪ੍ਰੇਮ ਵਿੱਚ ਭਿੱਜੇ ਹੋਏ ਆਪਣੀ ਆਤਮਾ ਨੂੰ ਤਸਕੀਨ ਦੇ ਰਹੇ ਸਮੂਹ ਗੁਰਸਿੱਖ ਸਤਸੰਗੀ ਜਨੋ, ਆਓ ਜ਼ਿੰਦਗੀ ਦੇ ਕੁਝ ਪਲ ਸਫਲੇ ਕਰਦਿਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਵਿੱਚ ਭਿੱਜ ਕੇ ਅਸੀਸ ਬਖਸ਼ਿਸ਼ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਬੇਨਤੀ ਕਰਾਂ ਸੰਗਤ ਜੀ, ਜਦੋਂ ਆਪ ਜੀ ਗੁਰੂ ਫਤਿਹ ਸਾਂਝ ਕਰਦੇ ਹੋ, ਆਪ ਜੀ ਦੀ ਫਤਿਹ ਵਿੱਚੋਂ ਬੁਲਾਰੇ ਨੂੰ ਬਲ ਮਿਲਦਾ ਹੈ ਤਾਂ ਉਹ ਕੁਝ ਕਹਿ ਪਾਉਂਦਾ ਹੈ। ਯਤਨ ਕਰਿਆ ਕਰੋ ਕਿ ਜਦੋਂ ਗੁਰੂ ਫਤਿਹ ਦੀ ਸਾਂਝ ਕਰਨੀ ਹੈ ਉਹ ਬੁਲੰਦ ਆਵਾਜ਼ ਵਿੱਚ ਕੀਤੀ ਜਾਵੇ। ਇੱਕ ਵਾਰ ਫਿਰ ਐਨਰਜੀ ਬਖਸ਼ੋ, ਆਪ ਜੀ ਵੱਲੋਂ ਮਿਲੀ ਹੋਈ ਅਸੀਸ ਦੇ ਨਾਲ ਆਪ ਜੀ ਨਾਲ ਗੁਰੂ ਕੀ ਬਚਨ ਸਾਂਝੇ ਕਰ ਸਕੀਏ। ਫਿਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਮੈਂ ਪ੍ਰਕਰਣ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਇੱਕ ਤੇ ਵਧਾਈ ਦਿੰਦਾ ਕਿ ਤੁਸੀਂ ਹਰ ਸੈਚਰਡੇ ਜਿਹੜਾ ਗੁਰਮਤਿ ਸਮਾਗਮ ਰੱਖਦੇ ਹੋ, ਇੱਥੋਂ ਦੇ ਸਮੁੱਚੇ ਪ੍ਰਬੰਧਕਾਂ ਨੂੰ। ਦੂਸਰੀ ਪ੍ਰਬੰਧਕਾਂ ਨੂੰ ਵਧਾਈ ਇਹ ਦਿੰਦਾ ਹੈ, ਮੈਂ ਆਇਆ ਤਕਰੀਬਨ ਪੰਜਾਬ ਦੇ 6000 ਪਿੰਡ 'ਚ ਭਾਰਤ ਦੀਆਂ 15-16 ਸਟੇਟਾਂ ਵਿੱਚ ਜਾਣ ਦਾ ਮੌਕਾ ਮਿਲਿਆ। ਬਹੁਤਾਤ ਪ੍ਰਬੰਧਕਾਂ ਨਾਲ, ਗ੍ਰੰਥੀਆਂ ਨਾਲ, ਰਾਗੀਆਂ ਨਾਲ, ਸੇਵਾਦਾਰਾਂ ਨਾਲ ਮਿਲਣ ਦਾ, ਅਤੇ ਅਕਸਰ ਪ੍ਰਬੰਧਕਾਂ ਤੋਂ ਸੇਵਾਦਾਰ, ਰਾਗੀ ਜਾਂ ਗ੍ਰੰਥੀ ਦੁਖੀ ਨੇ ਅਤੇ ਪ੍ਰਬੰਧਕ ਰਾਗੀਆਂ ਤੋਂ, ਸੇਵਾਦਾਰਾਂ ਤੋਂ ਦੁਖੀ ਨੇ। ਇਹ ਪਹਿਲਾ ਸੰਸਾਰ ਦੇ ਅੰਦਰ ਮੈਂ ਕਹਿੰਦਾ ਗੁਰਦੁਆਰਾ ਮੈਨੂੰ ਤਾਂ ਲੱਗਦਾ ਹੋਵੇਗਾ ਜਿੱਥੇ ਸੇਵਾਦਾਰ, ਗ੍ਰੰਥੀ, ਰਾਗੀ ਸੰਤੁਸ਼ਟ ਨੇ ਅਤੇ ਪ੍ਰਬੰਧਕ ਵੀ ਸੰਤੁਸ਼ਟ ਨੇ।
ਇਹ ਇੱਥੋਂ ਦੇ ਪ੍ਰਬੰਧਕਾਂ ਨੂੰ ਮੈਂ ਬਹੁਤ ਵਧਾਈ ਦਿੰਦਾ ਕਿ ਇੰਨਾ ਚੰਗਾ ਤਰੀਕੇ ਨਾਲ ਤੁਸੀਂ ਮੈਨੇਜ ਕੀਤਾ। ਇਸੇ ਹੀ ਤਰੀਕੇ ਨਾਲ ਹੋਣਾ ਚਾਹੀਦਾ ਹੈ, ਕਿਉਂਕਿ ਜਿਸ ਸਥਾਨ ਤੋਂ ਆਤਮਿਕ ਸ਼ਾਂਤੀ ਮਿਲਣੀ ਹੈ, ਜੇ ਉੱਥੋਂ ਦੇ ਰਹਿਣ ਵਾਲੇ ਹੀ ਸ਼ਾਂਤ ਨਹੀਂ ਤੇ ਸ਼ਾਂਤੀ ਕਿੱਥੋਂ ਨਸੀਬ ਹੋਵੇਗੀ। ਸੋ ਸਤਿਗੁਰੂ ਜੀ ਕਿਰਪਾ ਕਰਨ, ਇਸ ਤਰ੍ਹਾਂ ਦਾ ਮਾਹੌਲ ਸਾਡੇ ਸਾਰੇ ਧਾਰਮਿਕ ਸਥਾਨਾਂ 'ਤੇ, ਮੈਂ ਸਾਡੇ ਨਹੀਂ ਕਹਾਂ ਹਰ ਧਰਮ ਦੇ ਧਾਰਮਿਕ ਸਥਾਨ 'ਤੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਵੇ ਕਿ ਜੇ ਕੋਈ ਟੈਨਸ਼ਨਾਂ ਦਾ ਭਰਿਆ ਹੋਇਆ ਵੀ ਆਵੇ ਤਾਂ ਉਹ ਸ਼ਾਂਤ ਹੋ ਕੇ ਕੂਲ ਹੋ ਕੇ ਜਾਵੇ। ਇਸ ਤਰ੍ਹਾਂ ਦਾ ਮਾਹੌਲ ਸਿਰਜਣ ਦੀ ਜ਼ਰੂਰਤ ਹੈ। ਆਓ ਮੈਂ ਆਪਣੇ ਵਿਸ਼ੇ ਦੇ ਵਿੱਚ, ਮੇਰਾ ਮਨ ਬਣਿਆ ਹੈ ਕਿ ਸੰਗਤ ਦੇ ਵਿਸ਼ੇ ਦੇ ਉੱਤੇ ਆਪ ਜੀ ਨਾਲ ਸਾਂਝ ਕਰਾਂਗਾ। ਆਪ ਜੀ ਨੂੰ ਕਦੀ ਉੱਚੀਆਂ ਪਹਾੜੀਆਂ 'ਤੇ ਜਾਣ ਦਾ ਸਬਬ ਬਣਿਆ ਹੋਵੇਗਾ। ਉੱਚੀਆਂ ਪਹਾੜੀਆਂ 'ਤੇ ਸੁਗੰਧੀਦਾਰ ਬੂਟੀਆਂ ਦੀ ਘਾਹ ਸੰਗਤ ਕਰ ਲਵੇ, ਉਹਦੇ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਜਾਂਦੀ ਹੈ। ਤਾਂ ਇਸੇ ਤਰ੍ਹਾਂ ਗੁਰਬਾਣੀ ਨੇ ਇੱਕ ਫੈਸਲਾ ਦਿੱਤਾ ਹੈ, ਜਿੰਨੇ ਵੀ ਪੌਦੇ ਚੰਦਨ ਦੇ ਪੌਦੇ ਦੀ ਸੰਗਤ ਕਰ ਲੈਣ, ਉਹਨਾਂ ਸਾਰਿਆਂ ਵਿੱਚੋਂ ਚੰਦਨ ਦੀ ਸੁਗੰਧੀ ਆਉਣ ਲੱਗ ਜਾਂਦੀ ਹੈ। ਈਵਨ ਦਨ ਇੱਥੋਂ ਤੱਕ ਕਿ ਨਿੰਮ ਵਰਗਾ ਕੌੜੇ ਤੋਂ ਕੌੜੇ ਪੌਦੇ 'ਚੋਂ ਵੀ ਚੰਦਨ ਦੀ ਸੁਗੰਧੀ ਆਉਣ ਲੱਗ ਜਾਂਦੀ। ਮਨੁੱਖ ਭੁਲੇਖਾ ਖਾਂਦਾ ਹੈ। ਕਿਸੇ ਸਤਿਗੁਰੂ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਚੰਦਨ ਦੇ ਕੋਲ ਰਹਿਣ ਵਾਲੇ ਸਾਰੇ ਪੌਦਿਆਂ ਵਿੱਚੋਂ ਜਿਵੇਂ ਸੁਗੰਧੀ ਆਉਣ ਲੱਗ ਜਾਂਦੀ ਹੈ। ਇੱਕ ਸ਼ੇਖ ਸ਼ਾਦੀ ਜੀ ਹੋਏ ਨੇ, ਸੂਫੀ ਫਕੀਰ ਸਨ। ਸਵੇਰੇ ਸਵੇਰੇ ਬਾਹਰੋਂ ਹੋ ਕੇ ਆਏ ਤੇ ਕਹਿੰਦੇ ਭਾਗਵਾਨ ਨੇ ਥੋੜ੍ਹੀ ਮਿੱਟੀ ਦੇਣਾ, ਹੱਥ ਸਾਫ਼ ਕਰ ਲਈਏ। ਜਦੋਂ ਉਸ ਦੀ ਪਤਨੀ ਨੇ ਹੱਥ ਦੀ ਹਥੇਲੀ 'ਤੇ ਮਿੱਟੀ ਰੱਖੀ, ਕਹਿੰਦੇ ਮੈਂ ਤੇ ਹੱਥ ਸਾਫ਼ ਕਰਨ ਵਾਸਤੇ ਮਿੱਟੀ ਮੰਗੀ ਸੀ। ਕਹਿੰਦੀ ਸਵਾਮੀ ਜੀ ਮਿੱਟੀ ਹੈ, ਕਿੱਥੋਂ ਲੈ ਕੇ ਆਈ? ਯਕੀਨ ਨਾ ਹੋਇਆ, ਜਾ ਕੇ ਦੇਖਿਆ ਜਿੱਥੋਂ ਮਿੱਟੀ ਚੱਕੀ ਸੀ ਉਂਗਲਾਂ ਦੇ ਨਿਸ਼ਾਨ ਛਪੇ ਹੋਏ ਸਨ। ਦੇਖ ਕੇ ਹੈਰਾਨ ਹੋ ਗਿਆ ਤੇ ਮਿੱਟੀ 'ਤੇ ਸਵਾਲ ਕੀਤਾ। ਜਿਹੜੀਆਂ ਕੋਮਲ ਰੂਹਾਂ ਹੁੰਦੀਆਂ ਉਹ ਮਿੱਟੀ 'ਤੇ ਸਵਾਲ ਵੀ ਕਰ ਲੈਂਦੀਆਂ, ਪਾਣੀ 'ਤੇ ਵੀ ਕਰ ਲੈਂਦੀਆਂ ਨੇ। ਵੱਖ-ਵੱਖ ਸਵਾਲ ਕੋਮਲ ਹਿਰਦੇ ਜਿਹੜੇ ਆ ਉਹ ਅਕਸਰ ਸਵਾਲ ਕਰਕੇ ਤੇ ਉਹ ਤੋਂ ਗਿਆਨ ਪ੍ਰਾਪਤ ਕਰ ਲੈਂਦੇ ਨੇ ਜਾਂ ਉਸ ਨੂੰ ਗਿਆਨ ਦੇ ਲੈਂਦੇ ਨੇ। ਇੱਕ ਗੁਰਬਾਣੀ ਵਿੱਚ ਵੀ ਇਸ ਤਰ੍ਹਾਂ ਆਉਂਦਾ ਹੈ ਜ਼ਿਕਰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਵਾਰ ਉਦਾਸੀਆਂ ਦੇ ਸਮੇਂ ਪ੍ਰਚਾਰ ਫੇਰੀ 'ਤੇ ਇੱਕ ਸਰੋਵਰ ਦੇ ਕਿਨਾਰੇ 'ਤੇ ਗਏ। ਬੜਾ ਹਰਿਆ ਭਰਿਆ, ਬੜੀ ਚਹਿਲ ਪਹਿਲ, ਬੜਾ ਉੱਥੇ ਕਵਲ ਦੇ ਫੁੱਲ ਸੋਨੇ ਵਾਂਗ ਚਮਕਣ ਖਿੜੇ ਹੋਏ। ਉੱਥੇ ਕਵਲ ਦੇ ਫੁੱਲਾਂ ਦੇ ਪੱਤੇ ਪਾਣੀ ਦੀ ਹਿੱਕ 'ਤੇ ਤਾਰੀਆਂ ਲਾਉਣ ਦੇਖ ਕੇ ਬੜੇ ਖੁਸ਼ ਹੋਏ ਤੇ ਅੱਗੇ ਚਲੇ ਗਏ। ਕੁਝ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਦੁਬਾਰਾ ਉਹ ਸਰੋਵਰ 'ਤੇ ਆ ਕੇ ਦੇਖਿਆ ਤੇ ਸਤਿਗੁਰੂ ਜੀ ਨੇ ਕੀ ਦੇਖਿਆ ਕਿ ਕੋਈ ਫੁੱਲ ਖਿੜਿਆ ਨਹੀਂ, ਸਾਰੀ ਹਰਿਆਵਲ ਕੋਈ ਨਹੀਂ, ਸੜ ਕੇ ਸੁਆਹ ਹੋ ਚੁੱਕੀ ਹੈ। ਸਰੋਵਰ ਅੰਦਰੋਂ ਕਾਲਾ ਹੋਇਆ, ਉੱਥੇ ਭੰਗ ਪੁੱਜ ਰਹੀ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਸਰੋਵਰ 'ਤੇ ਸਵਾਲ ਕੀਤਾ। ਕਹਿਣ ਲੱਗੇ ਪੱਬਰ ਤੂੰ ਹਰਿਆਵਲਾ। ਸਤਿਗੁਰੂ ਪੱਬਰ ਦਾ ਅਰਥ ਹੈ ਸਰੋਵਰ। ਇਹ ਸਰੋਵਰ ਤੂੰ ਬੜਾ ਹਰਿਆ ਭਰਿਆ ਸੀ। ਪੱਬਰ ਤੂੰ ਹਰਿਆਵਲਾ, ਕਵਲਾ ਕੰਚਨਵਾਨਾ। ਤੇਰੇ ਵਿੱਚ ਜਿਹੜੇ ਕਵਲ ਦੇ ਫੁੱਲ ਸਨ ਉਹ ਸੋਨੇ ਵਾਂਗ ਚਮਕਦੇ ਸਨ। ਕਹਿ ਦੋਖੜੇ ਸੜਿਓ ਹੀ, ਕਹਿੰਦੇ ਕਿਹੜੇ ਦੁੱਖ ਦਾ ਕਰਕੇ ਸੜ ਕੇ ਸਵਾਹ ਹੋ ਗਏ ਨੇ। ਕਾਲੀ ਹੋਈ ਆਦੇ ਹੋਰੀ ਨਾਨਕ ਮਨ ਤਨ ਭੰਗ। ਕਹਿੰਦੇ ਕਿਉਂ ਇੱਥੇ ਭੰਗ ਪੁੱਜ ਰਹੀ ਹੈ, ਕਾਰਨ ਕੀ ਹੈ? ਤੇ ਤੇਰਾ ਸਰੀਰ ਵੀ ਅੰਦਰੋਂ ਕਾਲਾ ਹੋਇਆ ਹੈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਸਵਾਲ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕਿਤ ਹੈ। ਤੇ ਇਹ ਸਵਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੁਣ ਕੇ ਸਰੋਵਰ ਦੀਆਂ ਭੁੱਬਾਂ ਨਿਕਲ ਗਈਆਂ, ਕੁਰਲਾ ਉੱਠਿਆ, ਰੋ ਉੱਠਿਆ। ਜੋ ਸਰੋਵਰ ਨੇ ਉੱਤਰ ਦਿੱਤਾ, ਭਾਵ ਧੰਨ, ਹੁਣ ਸਰੋਵਰ ਬੋਲਦਾ ਤਾਂ ਹੈ ਨਹੀਂ, ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅਨੁਭਵ ਕੀਤਾ ਕਿ ਹੁਣ ਸਰੋਵਰ ਕੀ ਕਹਿ ਰਿਹਾ। ਕਹਿੰਦਾ ਜਾਣਾ ਪਾਣੀ ਨਾ ਲਹਾਂ, ਜੈਸੇ ਤੀ ਮੇਰਾ ਸੰਗ, ਜਿਤ ਡਿਠੈ ਤਨ ਪਰ ਫੜੈ ਚੜ੍ਹੈ ਚੌਗਣਵਨ। ਕਹਿੰਦਾ ਜਿਹਦਾ ਕਰਕੇ ਮੇਰੇ ਤੇ ਖੇੜਾ ਸੀ, ਹਰਿਆਲੀ ਸੀ, ਖੁਸ਼ੀਆਂ ਸੀ, ਉਹ ਮੇਰੇ ਵਿੱਚ ਨਹੀਂ ਰਿਹਾ। ਕਹਿੰਦਾ ਮੇਰਾ ਸੰਬੰਧ ਪਾਣੀ ਨਾਲੋਂ ਟੁੱਟ ਗਏ, ਇਸ ਕਰਕੇ ਮੇਰੀ ਹਾਲਤ ਜਿਹੜੀ ਹੈ ਉਹ ਦੁਰਬਲ ਹੋ ਚੁੱਕੀ ਹੈ। ਸੰਸਾਰ ਦੀ ਹਾਲਤ ਵੀ ਇਸ ਕਰਕੇ ਦੁਰਬਲ ਹੋ ਚੁੱਕੀ। ਸਾਡੀ ਵੀ ਹਾਲਤ ਦੁਰਬਲ ਤਾਂ ਹੋਈ ਕਿਉਂਕਿ ਸਾਡਾ ਸੰਬੰਧ ਬਾਣੀ ਨਾਲੋਂ ਟੁੱਟ ਗਿਆ। ਮੈਂ ਇਸ ਪਾਸੇ ਨਾ ਜਾਂਦਾ ਹੋਇਆ, ਮੇਰਾ ਵਿਸ਼ਾ ਹੈ ਸੰਗਤ ਦਾ। ਮੈਂ ਸਿਰਫ ਇੱਕ ਉਦਾਹਰਨ ਦੇਣ ਲੱਗਿਆ ਸੀ ਤਾਂ ਕਿ ਸਮਝਣ ਵਾਸਤੇ ਕਿ ਮਿੱਟੀ 'ਤੇ ਸਵਾਲ ਕਰਦਾ ਹੈ ਸ਼ੇਖ ਸ਼ਾਦੀ ਜੀ। ਸ਼ੇਖ ਸ਼ਾਦੀ ਜੀ ਕਹਿੰਦੇ ਤੇਰੇ 'ਚੋਂ ਖੁਸ਼ਬੂ ਕਿਉਂ ਆਉਂਦੀ ਹੈ? ਤੇ ਮਿੱਟੀ ਕਹਿੰਦੀ ਮੁੱਦਤਾਂ ਤੋਂ ਮੈਂ ਫੁੱਲਾਂ ਦੀ ਸੰਗਤ ਕਰ ਰਹੀ, ਇਸ ਕਰਕੇ ਮੇਰੇ 'ਚੋਂ ਸੁਗੰਧੀ ਆਉਂਦੀ ਹੈ, ਖੁਸ਼ਬੂ ਆਉਂਦੀ ਹੈ। ਭਾਵ ਸੰਗਤ ਕਰਨ ਨਾਲ ਘਾਹ ਫੂਸ ਬਦਲ ਜਾਂਦਾ ਹੈ, ਦਰਖਤ ਬਦਲ ਜਾਂਦੇ ਨੇ, ਮਿੱਟੀ ਬਦਲ ਜਾਂਦੀ ਹੈ, ਜਾਨਵਰ ਵੀ ਬਦਲ ਜਾਂਦੇ ਹੈ, ਪਸ਼ੂ ਵੀ ਬਦਲ ਜਾਂਦੇ। ਪਸ਼ੂ ਦੋ ਕਿਸਮ ਦੇ ਹੁੰਦੇ, ਇੱਕ ਰਾਖਵੇਂ ਪਸ਼ੂ ਜਿਹੜੇ
ਲੋਕ ਘਰਾਂ ਵਿੱਚ ਰੱਖਦੇ ਆ। ਇੱਕ ਜੰਗਲ ਵਿੱਚ ਰਹਿਣ ਵਾਲੇ, ਜੰਗਲ ਵਾਲੇ ਕਿਸੇ ਕੰਮ ਨਹੀਂ ਆਉਂਦੇ, ਜਿਹੜੇ ਘਰਾਂ ਵਿੱਚ ਰੱਖਦੇ ਆ ਉਹ ਆਪ ਜੀ ਤਾਂ ਨਹੀਂ, ਪਿੰਡਾਂ ਵਿੱਚ ਜਿਹੜੇ ਜਾਣ ਪਛਾਣ 'ਚ ਰੱਖਦੇ ਉਹਨਾਂ ਨੂੰ ਪਤਾ ਹੈ ਕਿ ਮੱਝਾਂ ਗਾਵਾਂ ਦੁੱਧ ਦੇ ਕੰਮ ਆਉਂਦੀਆਂ, ਬੈਲ ਖੇਤੀ ਦੇ ਕੰਮ ਆਉਂਦੇ ਆ। ਇਸੇ ਹੀ ਤਰ੍ਹਾਂ ਜੇ ਕਿਤੇ ਆਪਾਂ ਜੰਗਲੀ ਪਸ਼ੂਆਂ ਦੀ ਗੱਲ ਕਰੀਏ, ਉਹ ਬੜੇ ਗੁਸੈਲ ਸੁਭਾਅ ਦੇ, ਉਹ ਕਿਸੇ ਕੰਮ ਨਹੀਂ ਆਉਂਦੇ। ਅਤੇ ਜੇ ਜਾਨਵਰਾਂ ਦੀ ਦੁਨੀਆ ਵਿੱਚ ਝਾਤ ਮਾਰੋਗੇ, ਸਭ ਤੋਂ ਗੁਸੈਲ ਸੁਭਾਅ ਦਾ ਜਾਨਵਰ ਸ਼ੇਰ ਨੂੰ ਮੰਨਿਆ, ਲੇਕਿਨ ਸ਼ੇਰ ਨੂੰ ਸੰਗਤ ਮਨੁੱਖਾਂ ਦੀ ਮਿਲ ਜਾਵੇ ਤੇ ਉਹਦਾ ਵੀ ਜੀਵਨ ਬਦਲ ਜਾਂਦਾ ਹੈ। ਉਹ ਵੀ ਸਰਕਸਾਂ ਵਿੱਚ ਤਮਾਸ਼ੇ ਕਰਦਾ ਸਾਨੂੰ ਨਜ਼ਰ ਹੀ ਪੈ ਜਾਂਦਾ ਹੈ, ਕਿਉਂਕਿ ਸੰਗਤ ਕਰਨ ਦੇ ਨਾਲ ਘਾਹ ਫੂਸ ਬਦਲਦਾ ਹੈ, ਦਰਖਤ ਬਦਲਦੇ ਹੈ, ਮਿੱਟੀ ਬਦਲਦੀ ਹੈ, ਪਸ਼ੂ ਬਦਲ ਜਾਂਦੇ ਨੇ, ਜਾਨਵਰ ਬਦਲ ਜਾਂਦੇ ਨੇ, ਈਵਨ ਮਨੁੱਖ ਵੀ ਬਦਲ ਜਾਂਦੇ ਨੇ। ਤਾਂ ਹੀ ਕਿਸੇ ਨੇ ਬੜੇ ਅਦੀਬ ਨੇ ਬੜਾ ਸੋਹਣਾ ਲਿਖਿਆ। ਅਦੀਬ ਕਹਿੰਦਾ ਹੈ, ਸੰਸਾਰ ਦੇ ਲੋਗੋ, ਕਹਿੰਦਾ ਜੇ ਕਿਤੇ ਵੇਲ ਦਾ ਸੁਭਾਅ ਹੈ ਧਰਤੀ 'ਤੇ ਵੱਧਦੀ ਹੈ, ਦਰਖਤ ਦਾ ਸੁਭਾਅ ਹੈ ਅਸਮਾਨ ਵੱਲ ਵੱਧਦਾ ਹੈ। ਕਹਿੰਦੇ ਜੇ ਕਿਤੇ ਉਸ ਵੇਲ ਨੂੰ ਸੰਗਤ ਦਰਖਤ ਦੀ ਮਿਲ ਜਾਵੇ ਜਿਹੜਾ ਅਸਮਾਨ ਵੱਲ ਜਾਂਦਾ, ਉਹ ਵੀ ਉਨੀ ਉੱਚੀ ਚਲੀ ਜਾਂਦੀ ਜਿੰਨਾ ਉੱਚਾ ਉਹ ਪੌਦਾ ਗਿਆ ਹੋਵੇ। ਕਹਿੰਦੇ ਜਿਹੜਾ ਕੋਈ ਮਨੁੱਖ ਹੋਵੇ, ਉਹਦੀ ਕਿਸੇ ਵੱਡੇ ਬੰਦੇ ਨਾਲ ਜਾਣ ਪਹਿਚਾਣ ਸਾਂਝ ਬਣ ਜਾਵੇ ਤੇ ਉਹਦੇ ਕੋਲ ਆਉਣ ਵਾਲੇ ਹੋਰ ਵੱਡਿਆਂ ਨਾਲ ਵੀ ਉਹਦੀ ਜਾਣ ਪਹਿਚਾਣ ਬਣ ਜਾਂਦੀ ਹੈ। ਬੜੇ ਸੋਹਣੇ ਅਦੀਬ ਦੇ ਬੋਲ ਨੇ, ਕਹਿੰਦਾ ਬੈਠੀਏ ਪਾਸ ਵੱਢਣ ਕੇ ਹੋਤ ਵੱਢਣ ਸਿਉ ਮੇਲ, ਸਭੀ ਜਾਨਤ ਵੱਢਤ ਹੈ ਬਿਰਖ ਬਰਾਬਰ ਬੇਲ। ਸੋ ਸਤਿਗੁਰੂ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਕਿ ਮਨੁੱਖ ਦਾ ਜਿਹੜਾ ਮਨ ਹੈ ਨਾ, ਇੱਕ ਪੰਛੀ ਵਰਗਾ ਹੈ। ਜਿਵੇਂ ਪੰਛੀ 10 ਦਿਸ਼ਾਵਾਂ 'ਚ ਉਡਾਰੀਆਂ ਮਾਰਦਾ ਹੈ, ਇਸੇ ਤਰ੍ਹਾਂ ਮਨੁੱਖ ਦਾ ਮਨ ਵੀ 10 ਦਿਸ਼ਾਵਾਂ 'ਚ ਵਿੱਚ ਉਡਾਰੀਆਂ ਮਾਰਦਾ ਹੈ, ਪਰ ਇਹ ਫਲ ਉਵੇਂ ਦੇ ਖਾਂਦਾ ਹੈ ਜਿਵੇਂ ਦੀ ਇਹਨੂੰ ਸੰਗਤ ਮਿਲ ਜਾਵੇ। ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ, ਕਬੀਰ ਮਨ ਪੰਖੀ ਪਇਓ, ਓਡੇ ਓਡੇ ਦਹਿੰਦੇ ਸਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਹੀ ਫਲ ਖਾਹੇ। ਜਿਹੋ ਜੀ ਸੰਗਤ ਮਿਲ ਜਾਵੇ, ਮਨੁੱਖ ਦਾ ਜੀਵਨ ਉਵੇਂ ਦਾ ਘਟ ਜਾਂਦਾ, ਉਵੇਂ ਦਾ ਢਲ ਜਾਂਦਾ। ਜੇ ਚੰਗੀ ਸੰਗਤ ਮਿਲ ਜਾਵੇ, ਮਨੁੱਖ ਮਹਾਨ ਬਣ ਜਾਂਦਾ ਹੈ। ਜੇ ਮਾੜੀ ਸੰਗਤ ਮਿਲ ਜਾਵੇ, ਉਹਦਾ ਜੀਵਨ ਰਸਾਤਲ ਵੱਲ ਚਲਿਆ ਜਾਂਦਾ ਹੈ। ਸਾਡੀਆਂ ਨਜ਼ਰਾਂ ਵਿੱਚ ਬੜਾ ਕੁਛ ਆਸ-ਪਾਸ ਤੋਂ ਅਸੀਂ ਦੇਖ ਸਕਦੇ। ਬੜੇ ਬੜੇ ਅਮੀਰ ਜ਼ਾਦਿਆਂ ਦੇ ਬੱਚੇ ਕੰਗਾਲ ਹੋ ਜਾਂਦੇ ਨੇ ਭੈੜੀ ਸੰਗਤ ਵਿੱਚ ਪੈਣ ਕਰਕੇ। ਬੜੇ ਬੜੇ ਕੰਗਾਲਾਂ ਦੇ ਪੁੱਤਰ ਧਨੀ ਤੇ ਧਨਾੜ ਬਣ ਜਾਂਦੇ ਨੇ, ਉਹਨਾਂ ਨੂੰ ਸੰਗਤ ਦੀ ਬਦੌਲਤ। ਬੜੇ ਬੜੇ ਬੁਜ਼ਦਲਾਂ ਦੇ ਪੁੱਤਰ ਬਹਾਦਰ ਤੇ ਸੂਰਮੇ ਬਣ ਜਾਂਦੇ ਨੇ, ਬੜੇ ਬੜੇ ਸੂਰਮਿਆਂ ਦੇ ਪੁੱਤਰ ਬੁਜ਼ਦਲ ਤੇ ਕਾਇਰ ਬਣ ਜਾਂਦੇ ਨੇ। ਇਤਿਹਾਸ ਵਿੱਚ ਬਹੁਤ ਸਾਰੀਆਂ ਗਾਥਾਵਾਂ ਸਾਡੀਆਂ ਅੱਖਾਂ ਦੇ ਸਾਹਮਣੇ ਨੇ। ਸਤਿਗੁਰੂ ਜੀ ਦੇ ਇਤਿਹਾਸ ਵਿੱਚ ਦੇਖੀਏ ਜਾਂ ਸੰਸਾਰ ਦੇ ਇਤਿਹਾਸ ਦੇਖੀਏ, ਸੰਸਾਰ ਦੇ ਇਤਿਹਾਸ ਵਿੱਚ ਇੱਕ ਅਫਗਾਨਿਸਤਾਨ ਦੇ ਰਹਿਣ ਵਾਲਾ ਬਾਈਆ ਅਜੀਦ ਹੋਇਆ, ਬੜਾ ਵੱਡਾ ਡਾਕੂ ਸੀ। ਉਸ ਡਾਕੂ ਨੂੰ ਉਹਦਾ ਛੋਟਾ ਨਾਂ ਬਜੀਦਾ ਕਰਕੇ ਫੇਮਸ ਹੋਇਆ। ਬੜੀਆਂ ਬੜੀਆਂ ਫੌਜ ਦੇ ਦਸਤੇ ਫੜਨ ਜਾਂਦੇ, ਕਾਬੂ ਨਾ ਆਉਂਦਾ, ਮੂੰਹ ਦੀ ਖਾ ਕੇ ਪਰਤ ਆਉਂਦੇ। ਅਤੇ ਇੱਕ ਦਿਨ ਉਸ ਡਾਕੂ ਨੂੰ ਠੋਕਰ ਵੱਜੀ, ਬੈਰਾਗ ਹੋ ਗਿਆ ਅਤੇ ਬੈਰਾਗੀਆਂ ਦੇ ਟੋਲੇ ਵਿੱਚ ਚਲਿਆ ਗਿਆ। ਬੈਰਾਗੀਆਂ ਦਾ ਕੰਮ ਲੋਕਾਂ ਦੇ ਘਰਾਂ ਤੋਂ ਮੰਗ ਕੇ ਖਾ ਲੈਣਾ, ਧਨ ਦੌਲਤ ਇਕੱਠਾ ਕਰੀ ਜਾਣਾ। ਇੱਕ ਦਿਨ ਐਸਾ ਹੋਇਆ ਕਿ 2 ਕੁ ਲੁਟੇਰੇ ਆਏ ਅਤੇ ਲੁੱਟ ਕੇ ਲੈ ਗਏ। ਮੌਕੇ 'ਤੇ ਪੁਲਿਸ ਨੂੰ ਸ਼ਿਕਾਇਤ ਗਈ, ਇਨਕੁਆਇਰੀ ਹੋਈ ਅਤੇ ਪੁਲਿਸ ਸਭ ਤੋਂ ਪਹਿਲਾਂ ਉੱਥੇ ਜਾਂਦੀ ਜਿੱਥੇ ਡਾਕਾ ਪਿਆ ਹੋਵੇ, ਚੋਰੀ ਹੋਈ ਹੋਵੇ, ਕੋਈ ਸੁਰਾਖ ਮਿਲ ਜਾਵੇ। ਕਹਿਣ ਲੱਗੇ ਤੂੰ ਕੌਣ ਪੁੱਛਿਆ, ਇਨਕੁਆਇਰੀ ਕੀਤੀ ਅਤੇ ਕਹਿੰਦੇ ਤੇਰੀ ਸ਼ਕਲ ਬੜੀ ਵਜੀਦੇ ਨਾਲ ਮਿਲਦੀ ਹੈ। ਕਹਿੰਦੇ ਸ਼ਕਲ ਨਹੀਂ, ਮੈਂ ਅਸਲ ਵਜੀਦਾ ਹੈ। ਕਹਿੰਦਾ ਤੂੰ ਵਜੀਦਾ ਨਹੀਂ ਆਫੀਸਰ, ਕਹਿੰਦਾ ਤੂੰ ਵਜੀਦਾ ਨਹੀਂ ਹੋ ਸਕਦਾ। ਕਹਿੰਦਾ ਕਿਉਂ ਨਹੀਂ ਹੋ ਸਕਦਾ? ਕਹਿੰਦਾ ਨਹੀਂ ਇਹ ਨਹੀਂ ਗੱਲ ਹੋ ਸਕਦੀ। ਕਹਿੰਦਾ ਨਹੀਂ ਮੈਂ ਵਜੀਦਾ ਹੈ। ਕਹਿੰਦਾ ਸ਼ਕਲ ਮਿਲਦੀ ਤੂੰ ਉਹਦਾ ਲਾਹਾ ਲੈਣਾ ਚਾਹੁੰਦਾ, ਲੇਕਿਨ ਵਜੀਦਾ ਨਹੀਂ ਹੈ। ਕਹਿੰਦਾ ਕਿਉਂ ਨਹੀਂ ਹੋ ਸਕਦਾ? ਕਹਿੰਦਾ ਵਜੀਦਾ ਇੰਨਾ ਤਲਵਾਰ ਦਾ ਧਨੀ ਕਿ ਕਈ ਫੌਜ ਦੇ ਦਸਤੇ ਫੜਨ ਵਾਸਤੇ ਜਾਂਦੇ, ਮੂੰਹ ਦੀ ਖਾ ਕੇ ਵਾਪਸ ਪਰਤ ਆਉਂਦੇ, ਅਤੇ ਉਹਦੇ ਹੁੰਦਿਆਂ 2 ਕੁ ਲੁਟੇਰੇ ਲੁੱਟ ਕੇ ਲੈ ਗਏ। ਇਹ ਕਿਵੇਂ ਹੋ ਸਕਦਾ ਹੈ? ਅਤੇ ਕਹਿਣ ਲੱਗਾ ਹੁਣ ਦੇਖੋ ਸੰਗਤ ਦਾ ਅਸਰ। ਕਹਿੰਦਾ ਜਬ ਥੇ ਪੂਤ ਅਫਗਾਨ ਕੇ, ਕਹਿੰਦਾ ਜਦੋਂ ਮੈਂ ਅਫਗਾਨਾਂ ਦਾ ਪੁੱਤਰ ਸੀ ਨਾ, ਦੇਤੇ ਦਸਤੇ ਮੋੜ, ਮੈਂ ਕਈ ਦਸਤੇ ਫੌਜ ਦੇ ਭਜਾ ਦਿਆ ਕਰਦਾ ਸੀਗਾ। ਅਬ ਤੋਂ ਸ਼ਰਨ ਗਏ ਰਘੁਨਾਥ ਕੀ ਸਕੇ ਨਾ ਤਿਨਕਾ ਤੋੜ। ਕਹਿੰਦਾ ਹੁਣ ਡਰਪੋਕ ਲੋਕਾਂ 'ਚ ਰਹਿਣਾ ਹੈ, ਹੁਣ ਤੇ ਮੇਰੇ ਕੋਲੋਂ ਵੀ ਤੀਲਾ ਨਹੀਂ ਟੁੱਟਦਾ। ਮੇਰੇ ਤੇ ਅਸਰ ਇਹਨਾਂ ਦੀ ਸੰਗਤ ਦਾ ਐਸਾ ਹੋਇਆ ਕਿ ਮੈਂ ਵੀ ਡਰਪੋਕ ਜਿਹਾ ਹੋ ਗਿਆ। ਮੈਂ ਗੱਲ ਕਰ ਰਿਹਾ ਸੀ, ਸੰਗਤ ਦਾ ਅਸਰ ਮਨੁੱਖ ਦੇ ਉੱਤੇ ਅਕਸਰ ਹੋ ਜਾਇਆ ਕਰਦਾ ਹੈ। ਜਿਹੋ ਜੀ ਸੰਗਤ ਵਿੱਚ ਰਹਿੰਦਾ ਹੈ ਉਵੇਂ ਦਾ ਬਣ ਜਾਇਆ ਕਰਦਾ। ਇਤਿਹਾਸ 'ਚੋਂ ਦੇਖੋ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਕੀਤੀ 7 ਕੁ ਸਾਲ ਭਾਈ ਲਹਿਣਾ ਜੀ ਨੇ, ਅਤੇ ਗੁਰੂ ਨਾਨਕ ਦੀ ਸੰਗਤ ਕਰਨ ਵਾਲਾ ਗੁਰੂ ਨਾਨਕ ਦਾ ਹਰ ਕਾ ਸੇਵਕ ਹਰ ਹੀ ਜਿਹਾ, ਗੁਰੂ ਨਾਨਕ ਦਾ ਰੂਪ ਹੋ ਗਿਆ। ਧੰਨ ਗੁਰੂ ਨਾਨਕ ਦਾ ਰੂਪ ਬਣ ਗਿਆ।
ਜੇ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਨੇ ਸੰਗਤ ਕੀਤੀ, ਉਹਨਾਂ ਦਾ ਜੀਵਨ ਬਦਲ ਗਿਆ, ਗੁਰੂ ਅਮਰਦਾਸ ਮਹਾਰਾਜ ਜੀ ਦਾ ਬਦਲ ਗਿਆ। ਇਹ ਤਾਂ ਸਰੀਰਕ ਤੌਰ ਤੇ ਜੀਵਾਂ ਦਾ ਬਦਲਿਆ ਹੈ। ਜੇ ਇਤਿਹਾਸ ਵਿੱਚ ਝਾਤ ਮਾਰ ਕੇ ਦੇਖੋਗੇ ਨਾ, ਤੇ ਇੱਥੋਂ ਤੱਕ ਕਿ ਰੇਠੇ ਮਿੱਠੇ ਹੋ ਗਏ ਗੁਰੂ ਦੀ ਸੰਗਤ ਕਰਨ ਦੇ ਨਾਲ। ਗੁਰੂ ਦੇ ਮਿਠਾਸ ਬਚਨਾਂ ਵਿੱਚ ਇੰਨੀ ਸ਼ਕਤੀ। ਮੈਂ ਇੱਕ ਗੱਲ ਕਹਿ ਦੇਵਾਂ, ਅੱਜ ਦੇ ਦੌਰ ਵਿੱਚ ਸਾਡੇ ਪ੍ਰਚਾਰਕਾਂ ਦੇ ਹਿਰਦੇ ਦੇ ਅੰਦਰੋਂ ਗੁਰੂ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਉੱਡ ਚੁੱਕੇ ਹੈ, ਲੇਕਿਨ ਜਦ ਤੱਕ ਸਾਡੇ ਅੰਦਰ ਇਹ ਅਕੀਦਾ ਨਹੀਂ ਬਣਦਾ, ਗੁਰੂ ਕੀ ਨਹੀਂ ਕਰ ਸਕਦਾ। ਕੌੜੇ ਰੀਠੇ ਜਿਹੜੇ ਆ ਉਹ ਮਿੱਠੇ ਕਰਨ ਦੇ ਸਮਰੱਥ, ਇਹ ਤੇ ਬਹੁਤ ਛੋਟੀ ਗੱਲ ਹੈ। ਗੁਰੂ ਤੇ ਕੁਝ ਵੀ ਪੈਦਾ ਕਰ ਸਕਦਾ, ਕੁਝ ਵੀ ਕਰਨ ਦੇ ਸਮਰੱਥ ਹੈ। ਇਹ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਸਾਡੇ ਗੁਰੂ ਦੇ ਉੱਤੇ ਇੰਨਾ ਅਕੀਦਾ, ਅਟੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ। ਵਿਸ਼ਵਾਸ ਵਿੱਚ ਜਦੋਂ ਤਰੇੜ ਆ ਜਾਏ ਨਾ, ਸ਼ੀਸ਼ੇ ਵਿੱਚ ਜਦੋਂ ਤਰੇੜ ਆ ਜਾਏ ਤੇ ਮੂੰਹ ਦੋ ਦਿਖਣ ਲੱਗ ਜਾਂਦੇ, ਇੱਕ ਤਰੇੜ ਆ ਜਾਵੇ। ਹੁਣ ਤਾਂ ਸ਼ੀਸ਼ਾ ਇਸ ਤਰ੍ਹਾਂ ਦਾ ਹਾਲਾਤ ਐਵੇਂ ਦਾ ਬਣਾ ਦਿੱਤਾ ਹੈ। ਨਹੀਂ ਭਾਈ, ਵਿਸ਼ਵਾਸ ਜ਼ਰੂਰ ਰੱਖਿਓ ਗੁਰੂ ਦੇ ਉੱਤੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਕਰਨ ਵਾਲੇ ਕੌੜੇ ਰੀਠੇ ਵੀ ਜਿਹੜੇ ਹੈ ਉਹ ਮਿੱਠੇ ਹੋ ਜਾਂਦੇ ਆ। ਕਿੰਨਿਆਂ ਦਾ ਜੀਵਨ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਲਟ ਕੇ ਰੱਖ ਦਿੱਤਾ। ਇਤਿਹਾਸ ਵਿੱਚ ਇੱਕ ਨਹੀਂ ਅਨੇਕਾਂ ਸਾਖੀਆਂ ਨੇ। ਥੋੜ੍ਹਾ ਜਿਹਾ ਇਤਿਹਾਸ ਸੁਲਤਾਨਪੁਰ ਲੋਧੀ ਦਾ ਵੀ ਸਾਂਝਾ ਕਰ ਲਵਾਂ। ਧੰਨ ਗੁਰੂ ਨਾਨਕ, ਕਿਉਂਕਿ ਆਪ ਜੀ ਕੁਝ ਤੇ ਸੰਗਤਾਂ ਗਈਆਂ ਨੇ, ਪਰ ਸਾਰੀਆਂ ਸੰਗਤਾਂ ਹੋ ਸਕਦਾ ਨਾ ਗਈਆਂ। ਹੁਣ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਪਹਿਲੇ ਦਿਨ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਉਂਦੇ, ਉਹਨਾਂ ਦੇ ਆਉਣ ਦਾ ਕਾਰਨ ਇਹ ਬਣਦਾ ਕਿ ਉਹਨਾਂ ਦੇ ਭੈਣ ਜੀ ਦੀ ਮੈਰਿਜ ਸੁਲਤਾਨਪੁਰ ਵਿੱਚ ਹੁੰਦੀ ਹੈ। ਤੇ ਉਹਨਾਂ ਦੇ ਭੈਣ ਜੀ ਦੀ ਮੈਰਿਜ ਹੋਣ ਦਾ ਕਾਰਨ ਇਹ ਬਣਦਾ ਹੈ ਕਿ ਜਿਹੜੇ ਜੈ ਰਾਮ ਜੀ ਸਨ, ਉਹ ਨਵਾਬ ਦੌਲਤ ਖਾਨ ਦੇ ਆਲਮ ਸਨ, ਤੇ ਆਲਮ ਹੋਣ ਕਰਕੇ ਦੂਸਰੇ ਰਾਜਿਆਂ ਨਾਲ ਉਹਨਾਂ ਦਾ ਮੇਲ ਮਿਲਾਪ ਸੀ। ਤੇ ਰਾਏ ਬਲਾਰ ਨਾਲ ਮੇਲ ਮਿਲਾਪ ਹੋਣ ਕਰਕੇ ਰਾਏ ਬਲਾਰ ਜੈ ਰਾਮ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਸਨ। ਇਸ ਕਰਕੇ ਉਹਨਾਂ ਨੂੰ ਰਿਸ਼ਤਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਭੈਣ ਜੀ ਬੇਬੇ ਨਾਨਕੀ ਜੀ ਦਾ ਕਰਵਾ ਦਿੱਤਾ। ਤੇ ਬੇਬੇ ਨਾਨਕੀ ਜੀ ਦੀ ਸ਼ਾਦੀ ਸੁਲਤਾਨਪੁਰ ਲੋਧੀ ਵਿੱਚ ਹੋ ਗਈ। ਤੇ ਫਿਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਕਹਿਣ ਲੱਗੇ ਕਿ ਨਾਨਕ ਜੀ ਨੂੰ ਵੀ ਕਿਸੇ ਕੰਮ ਕਾਰ 'ਤੇ ਲਾਓ ਜੈ ਰਾਮ ਜੀ। ਤਾਂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਆਏ ਸੁਲਤਾਨਪੁਰ ਵਿੱਚ, ਤੇ ਉੱਥੇ ਮੋਦੀ ਖਾਨੇ ਦੇ ਵਿੱਚ ਮੋਦੀ ਬਣਾ ਦਿੱਤਾ। ਯਾਦ ਰੱਖੋ ਕਿ ਮੋਦੀ ਖਾਨਾ ਕੋਈ ਐ ਨਾ ਸਮਝਣਾ ਕਿ ਛੋਟੀ ਜੀ ਕੋਈ ਦੁਕਾਨ ਸੀ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰਦੇ ਸਨ। ਮੋਦੀ ਖਾਨਾ ਉਸ ਵਕਤ ਜਿਹੜਾ ਰਾਜਾ ਨਵਾਬ ਦੌਲਤ ਖਾਨ ਸੀ ਨਾ, ਉਹਦੀ ਜਿੰਨੀ ਰਿਆਸਤ ਸੀ, ਰਿਆਸਤ ਸਮ ਜਿੰਨਾ ਏਰੀਆ ਸੀ ਉਹਦੇ ਅੰਡਰ ਆਉਂਦਾ ਸੀਗਾ। ਉਸ ਏਰੀਏ ਵਿੱਚ ਜੋ ਕੁਝ ਪੈਦਾ ਕੀਤਾ ਜਾਂਦਾ, ਸਾਰਾ ਕੁਝ ਜਿੱਥੇ ਵੇਚਿਆ ਜਾਂਦਾ ਤੇ ਜਿੱਥੋਂ ਸਾਰਾ ਕੁਝ ਖਰੀਦਿਆ ਜਾਂਦਾ, ਇੱਕ ਤਰ੍ਹਾਂ ਦਾ ਵੱਡਾ ਸ਼ੋਰੂਮ ਕਹਿ ਲਓ, ਮੰਡੀਕਰਨ ਕਹਿ ਲਓ, ਉਹਨੂੰ ਮੋਦੀ ਖਾਨਾ ਕਿਹਾ ਜਾਂਦਾ ਸੀ। ਉਸ ਮੋਦੀ ਖਾਨੇ ਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮੋਦੀ ਬਣਾ ਦਿੱਤਾ। ਤੇ ਉੱਥੇ ਮੋਦੀ ਖਾਨੇ ਦੀ ਕਾਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਰੰਭ ਕਰ ਦਿੱਤੀ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਾਰ ਕਰਦਿਆਂ ਵੇਈ ਨਦੀ ਦੇ ਕੰਢੇ ਇੱਕ ਦਿਨ ਟਹਿਲਦਿਆਂ ਹੋਇਆਂ, ਜਿੱਥੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੋਦੀ ਖਾਨੇ ਦੀ ਕਾਰ ਕੀਤੀ, ਉੱਥੇ ਅੱਜ ਦੀ ਤਰੀਕ ਵਿੱਚ ਗੁਰਦੁਆਰਾ ਹੱਟ ਸਾਹਿਬ ਸੁਸ਼ੋਭਿਤ ਹੈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕਰ ਕਮਲਾਂ ਨਾਲ ਜਿਹੜੇ ਛੋਏ ਹੋਏ ਉਹ 14 ਵੱਟੇ, ਉਹਨਾਂ ਦੇ ਆਪ ਜੀ ਦਰਸ਼ਨ ਕਰ ਸਕਦੇ ਹੋ। ਅੱਜ ਵੀ ਜਦੋਂ ਜਾਂਦੇ ਹੋ ਉਹਨਾਂ 14 ਵੱਟਿਆਂ ਦੇ ਆਪ ਜੀ ਨੂੰ ਦਰਸ਼ਨ ਦੇਦਾਰ ਹੁੰਦੇ ਨੇ। ਸਤਿਗੁਰੂ ਜੀ ਵੇਈ ਨਦੀ ਦੇ ਕੰਢੇ 'ਤੇ ਟਹਿਲਦੇ ਨੇ। ਉੱਥੇ ਇੱਕ ਫਕੀਰ ਰਹਿੰਦਾ ਹੈ ਜਿਹਦਾ ਨਾਂ ਇਤਿਹਾਸ ਅੱਲਾ ਦਿੱਤਾ ਜੀ ਕਰਕੇ ਆਉਂਦਾ ਹੈ। ਤੇ ਉਹ ਅੱਲਾ ਦਿੱਤਾ ਜੀ, ਉਹਦਾ ਖਰਬੂਜੇ ਸ਼ਾਹ ਕਰਕੇ ਵੀ ਉਹਨੂੰ ਕਿਹਾ ਜਾਂਦਾ ਹੈ। ਅੱਲਾ ਦਿੱਤਾ ਜੀ ਉੱਥੇ ਜਿਹੜਾ ਵੀ ਕੋਈ ਪੀਰ ਫਕੀਰ ਆਉਂਦਾ ਉਹਨੂੰ ਇੱਕ ਖਰਬੂਜਾ ਖਾਣ ਲਈ ਦੇ ਦਿੰਦੇ। ਜਦੋਂ ਖਰਬੂਜਾ ਖਾ ਲੈਂਦਾ ਤੇ ਉਹਨੂੰ ਕਹਿੰਦਾ ਮੇਰਾ ਖਰਬੂਜਾ ਵਾਪਸ ਦੇ। ਜੇ ਵਾਪਸ ਨਾ ਦੇ ਪਾਉਂਦਾ ਤੇ ਕਹਿੰਦਾ ਜਾਂ ਮੇਰਾ ਖਰਬੂਜਾ ਵਾਪਸ ਦੇ ਤੇ ਜਾਂ ਫਿਰ ਮੈਨੂੰ ਆਪਣਾ ਮੁਰਸ਼ਿਦ ਮੰਨ ਲੈ। ਇੱਥੇ ਦੋ ਗੱਲਾਂ ਆਉਂਦੀਆਂ ਨੇ ਸਾਹਮਣੇ, ਜਾਂ ਤਾਂ ਉਹਦੇ ਅੰਦਰ ਕਿਸੇ ਸੱਚੇ ਗੁਰੂ ਦੀ ਭਾਲ ਹੈ ਤੇ ਜਾਂ ਐਂ ਕਹਿ ਲਓ ਕਿ ਉਹ ਆਪਣੇ ਚੇਲਿਆਂ ਦੀ ਗਿਣਤੀ ਵਧਾ ਰਿਹਾ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹੁੰਚੇ ਤਾਂ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੱਕ ਖਰਬੂਜਾ ਖਾਣ ਲਈ ਦਿੱਤਾ। ਸਤਿਗੁਰੂ ਜੀ ਨੇ ਦਾ ਸੁਭਾਅ ਸੀ ਵੰਡ ਕੇ ਖਾਣ ਦਾ, ਤੇ ਕੁਝ ਖਰਬੂਜਾ ਉਸ ਨੂੰ ਖਿਲਾ ਦਿੱਤਾ, ਕੁਝ ਸੰਗਤ ਨੂੰ ਵਰਤਾ ਦਿੱਤਾ, ਤੇ ਕਹਿੰਦਾ ਜੀ ਮੇਰਾ ਖਰਬੂਜਾ ਵਾਪਸ ਦਿਓ। ਸਤਿਗੁਰੂ ਜੀ ਨੇ ਸਮਝਾਇਆ ਖਾਧਾ ਹੋਇਆ ਵਾਪਸ ਨਹੀਂ ਆਏਗਾ। ਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਮਝਾਉਣ ਦੇ ਬਾਵਜੂਦ ਵੀ ਕਹਿੰਦਾ ਨਹੀਂ ਜੀ, ਮੈਨੂੰ ਜਾਂ ਤਾਂ ਖਰਬੂਜਾ ਦਿਓ ਜਾਂ ਮੈਨੂੰ ਆਪਣਾ ਮੁਰਸ਼ਿਦ ਮੰਨ ਲਓ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਮੁਰਸ਼ਿਦ ਤੇ ਸਾਰਿਆਂ ਦਾ ਇੱਕੋ ਹੀ, ਅੱਲਾਹ ਤਾਲਾ ਇੱਕੋ ਹੀ ਹੈ ਭਾਈ। ਉਹ ਪਰਮਾਤਮਾ ਸਾਰਿਆਂ ਦਾ ਮੁਰਸ਼ਿਦ ਇੱਕ ਹੈ, ਅਸੀਂ ਸਾਰੇ ਉਸ ਦੇ ਸੇਵਕ ਹਾਂ। ਕਹਿਣ ਲੱਗਾ ਨਹੀਂ, ਮੇਰਾ ਜਿਹੜੇ ਅੱਲਾ ਦੇ ਪਿਆਰ ਵਾਲੇ ਹੁੰਦੇ ਉਹ ਖਰਬੂਜਾ ਦੇ ਸਕਦੇ ਹੈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਜੇ ਤੇਰਾ ਅੱਲਾ ਤੇ ਵਿਸ਼ਵਾਸ ਹੈ, ਮੈਂ ਗੱਲ ਕਰ ਰਿਹਾ ਸੀ ਵਿਸ਼ਵਾਸ ਦੀ, ਸਿੱਖੋ ਗੁਰੂ ਤੇ ਵਿਸ਼ਵਾਸ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਕਹਿੰਦੇ ਜੇ ਤੇਰਾ ਅੱਲਾ ਤੇ ਵਿਸ਼ਵਾਸ ਹੈ ਨਾ, ਜਾਓ ਵੇਈ 'ਚ ਇਸ਼ਨਾਨ ਕਰੋ, ਅੱਲਾ ਮਿਹਰਬਾਨ ਹੋਏਗਾ, ਬਖਸ਼ਿਸ਼ ਕਰ ਦੇਗਾ। ਪਰ ਜੇ ਤੁਹਾਡਾ ਵਿਸ਼ਵਾਸ ਹੋਏਗਾ, ਗਿਆ ਵੇਈ ਦੇਖੀ ਤੇ ਖਰਬੂਜਿਆਂ ਦੀ ਭਰੀ ਹੋਈ,
ਬਾਹਰ ਆ ਕੇ ਕਹਿੰਦਾ ਜੀ ਮੈਨੂੰ ਜ਼ਿਆਦਾ ਨਹੀਂ ਚਾਹੀਦੇ, ਇੱਕ ਖਰਬੂਜਾ ਚਾਹੀਦਾ, ਉਹ ਵਾਲਾ ਚਾਹੀਦਾ ਹੈ ਜਿਹੜਾ ਮੈਂ ਦਿੱਤਾ ਸੀਗਾ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਤੇਰੇ ਵਿਸ਼ਵਾਸ ਵਿੱਚ ਕਮੀ ਹੋਏਗੀ, ਰੱਬ ਅੱਲਾ ਦੇ ਦੇਣ ਵਿੱਚ ਕਮੀ ਨਹੀਂ ਹੈ। ਤੇਰੇ ਵਿਸ਼ਵਾਸ ਵਿੱਚ ਕਮੀ, ਸਿੱਖੋ ਸਾਡੇ ਵਿਸ਼ਵਾਸ 'ਚ ਕਮੀ ਹੋ ਸਕਦੀ ਹੈ, ਗੁਰੂ ਦੇ ਬਖਸ਼ਿਸ਼ ਕਰਨ ਵਿੱਚ, ਦੇਣ ਵਿੱਚ ਕਮੀ ਨਹੀਂ ਹੋ ਸਕਦੀ। ਕਹਿੰਦੇ ਤੇਰੇ ਵਿਸ਼ਵਾਸ 'ਚ ਕਮੀ ਹੋ ਸਕਦੀ ਹੈ। ਜਦੋਂ ਤੱਕ ਮਨ ਨਿਰਮਲ ਨਹੀਂ ਹੋਏਗਾ, ਆਤਮਾ ਢਹਿ ਨਹੀਂ ਪਏਗੀ, ਆਪਾਂ ਨੇ ਆਪੇ ਨੂੰ ਤੂੰ ਰੱਬ ਅੱਗੇ ਰੱਖੇਗਾ, ਅੱਲਾਹ ਤਾਲਾ ਅੱਗੇ ਰੱਖੇਗਾ। ਅੱਲਾਹ ਤਾਲਾ ਤਾਂ ਮਿਹਰਬਾਨ ਹੈ, ਸਭ ਨੂੰ ਦਿੰਦਾ ਹੈ। ਦੁਬਾਰਾ ਵੇਈ ਵਿੱਚ ਗਿਆ ਤੇ ਇੱਕ ਖਰਬੂਜਾ ਲੈ ਕੇ ਆਇਆ, ਕਹਿੰਦਾ ਜੀ ਕੁਝ ਪੀਸ ਘੱਟ ਹੈ। ਸਤਿਗੁਰੂ ਜੀ ਕਹਿੰਦੇ ਤੂੰ ਵੀ ਤੇ ਛਕਿਆ, ਹੁਣ ਇੰਨਾ ਕੁ ਤੂੰ ਲਾ ਕੇ ਬਣਾ ਦੇ। ਸਤਿਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਮੁਰਸ਼ਦ ਮੰਨ ਲਿਆ ਤੇ ਜਿੱਥੇ ਬੈਠ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ 14 ਸਾਲ 9 ਮਹੀਨੇ ਤੇ 13 ਦਿਨ ਅੰਮ੍ਰਿਤ ਵੇਲੇ ਸਿਮਰਨ ਕਰਦੇ ਰਹੇ, ਉਸ ਥੜੇ ਦੇ ਉੱਤੇ ਪੋਚਾ ਲਾਉਂਦਾ ਰਿਹਾ, ਸੇਵਕ ਬਣ ਗਿਆ ਉਸ ਦਿਨ ਤੋਂ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਸਤਰ ਆਪਣੀਆਂ ਬਾਜੂ ਤੇ ਰਖਾ ਲੈਂਦਾ ਜਦੋਂ ਇਸ਼ਨਾਨ ਕਰਨ ਵੇਈ ਨਦੀ ਵਿੱਚ ਜਾਂਦੇ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਨ ਦਿਆਲ ਕਿਰਪਾਲੂ ਜੀ ਨੇ ਕਿਰਪਾ ਰਹਿਮਤ ਕੀਤੀ, ਉਸ ਧਰਤੀ ਨੂੰ ਭਾਗ ਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਸੰਗਤ ਕਰਨ ਦੇ ਨਾਲ ਉਸ ਅੱਲਾ ਦਿੱਤਾ ਦਾ ਜੀਵਨ ਬਦਲ ਗਿਆ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਦਰਸ਼ਨ ਕਰਕੇ ਭਾਈ ਭਗੀਰਥ ਦਾ ਜੀਵਨ ਬਦਲ ਗਿਆ। ਅਨੇਕਾਂ ਸਿੱਖਾਂ ਦਾ ਜੀਵਨ ਜਿਹੜਾ ਹੈ ਪਲਟ ਗਿਆ। ਸਤਿਗੁਰੂ ਨਾਨਕ ਸਾਹਿਬ ਜੀ ਨੇ ਇੱਕ ਦਿਨ ਜ਼ਿਕਰ ਕੀਤਾ ਕਿ ਅਸੀਂ ਹੁਣ ਉਦਾਸੀਆਂ ਤੇ ਜਾਣਾ ਹੈ। ਇਹ ਵੀ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਸ਼ਿਕਾਇਤ ਵੀ ਹੋਈ। ਜਿਹੜੇ ਦੁਖੀ ਸਨ, ਜਿਹੜੇ ਚਾਹੁੰਦੇ ਸੀ ਕਿ ਸਾਡੀ ਲੁੱਟ ਘਸੁੱਟ ਚੱਲਦੀ ਰਹੇ ਮੋਦੀ ਖਾਨੇ ਵਿੱਚੋਂ, ਤੇ ਉਹਨਾਂ ਦੀ ਲੁੱਟ ਘਸੁੱਟ ਬੰਦ ਹੋ ਚੁੱਕੀ ਸੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਖਿਲਾਫ ਚੁਗਲੀਆਂ ਲਾਉਣੀਆਂ ਰਾਜੇ ਕੋਲ ਸ਼ੁਰੂ ਕਰ ਦਿੱਤੀਆਂ ਤੇ ਮੋਦੀ ਖਾਨੇ ਦੀ ਸ਼ਿਕਾਇਤ ਲਾ ਦਿੱਤੀ ਕਿ ਲੋਕਾਂ ਨੂੰ ਲੁਟਾਈ ਜਾਂਦੇ। 3 ਮਹੀਨੇ ਬਾਅਦ ਹਿਸਾਬ ਲੇਖਾ ਜੋਖਾ ਹੋਇਆ। ਜਿੱਥੇ ਲੇਖਾ ਜੋਖਾ ਹੋਇਆ ਉੱਥੇ ਗੁਰਦੁਆਰਾ ਕੋਠੜੀ ਸਾਹਿਬ ਸੁਸ਼ੋਭਿਤ ਹੈ। ਚੌਧਰੀ ਜਾਦੋ ਰਾਏ ਨੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਲੇਖਾ ਜੋਖਾ ਕੀਤਾ, 165 ਬਚ ਗਏ। ਫਿਰ ਦੂਸਰੀ ਵਾਰ ਹੋਇਆ 360 ਬਚ ਗਏ, ਤੇ ਜਦੋਂ ਤੀਜੀ ਵਾਰ ਲੇਖਾ ਹੋਇਆ ਸਤਿਗੁਰੂ ਜੀ ਦੇ 760 ਕੀ ਬਚੇ ਸਨ। ਕਿ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਹੇਰਾਫੇਰੀ ਕੀਤੀ? ਨਹੀਂ, ਹੇਰਾਫੇਰੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸੈਲਰੀ ਦੇ ਨਾਲ ਕੁਝ ਸੈਂਟਿਵ ਮਿਲਦੇ ਸਨ ਕਿ ਇਹ ਇੰਨਾ ਕਮਿਸ਼ਨ ਵੀ ਐਕਸਟਰਾ ਮਿਲੇਗਾ ਜੇ ਤੁਸੀਂ ਇੰਨਾ ਕੰਮ ਕਰੋਗੇ। ਕਮਿਸ਼ਨ ਵਿੱਚ ਇੰਨਾ ਇਜ਼ਾਫਾ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਸ ਪੱਧਰ ਤੇ ਗਿਆ ਕਿ ਮੋਦੀ ਖਾਨਾ ਬਹੁਤ ਉੱਪਰ ਗਿਆ ਸੀ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿਰਤ ਨੂੰ ਇਮਾਨਦਾਰੀ ਨਾਲ, ਦ੍ਰਿੜਤਾ ਨਾਲ ਕੀਤਾ ਸੀਗਾ, ਉਸ ਕਰਕੇ ਉਹ ਕਿਰਤ ਜਿਹੜੀ ਅੱਗੇ ਵੱਧਦੀ ਗਈ ਸੀ। ਔਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜ਼ਿਕਰ ਕੀਤਾ ਕਿ ਹੁਣ ਅਸੀਂ ਉਦਾਸੀਆਂ ਤੇ ਜਾਣਾ ਹੈ, ਪ੍ਰਚਾਰ ਫੇਰੀ ਤੇ ਜਾਣਾ ਹੈ, ਤੇ ਇਮੋਸ਼ਨਲ ਹੋਏ ਸਿੱਖਾਂ ਨੇ ਕਿਹਾ ਸਤਿਗੁਰੂ ਜੀ ਕੋਈ ਯਾਦ ਨਿਸ਼ਾਨੀ ਬਖਸ਼ਿਸ਼ ਕਰੋ। ਤਾਂ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹੱਥ ਵਿੱਚ ਬੇਰੀ ਦਾ ਇੱਕ ਤੀਲਾ ਸੀਗਾ, ਜਿਹਨੂੰ ਦਾਤਣ ਕਹਿ ਲਓ। ਕਹਿੰਦੇ ਦਾਤਣ ਸੀ ਬੇਰੀ ਦੀ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਵਿੱਚ। ਸਤਿਗੁਰੂ ਜੀ ਨੇ ਉਹ ਤੀਲਾ ਵੇਈ ਨਦੀ ਦੇ ਕੰਢੇ ਦੇ ਉੱਤੇ ਗੱਡ ਦਿੱਤਾ। ਕਹਿੰਦੇ ਆ ਲਓ ਯਾਦ ਨਿਸ਼ਾਨੀ। ਹੱਸਦੇ ਹੱਸਦੇ ਆ ਬਚਨ ਕਰ ਦਿੱਤਾ। ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਤੇ ਵੇਈ ਨਦੀ ਵਿੱਚ ਪਾਣੀ ਆਵੇਗਾ, ਤੀਲਾ ਰੁੜ ਜਾਏਗਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹਦੀਆਂ ਜੜ੍ਹਾਂ ਪਤਾਲ 'ਚ ਲਾ ਦਿੱਤੀਆਂ, ਰਹਿੰਦੀ ਦੁਨੀਆ ਤੱਕ ਰਹੇਗਾ। ਅੱਜ ਵੀ ਉਹ ਬੇਰੀ ਸਾਹਿਬ ਸੁਸ਼ੋਭਿਤ ਹੈ। ਜਦੋਂ ਤੁਸੀਂ ਜਾਂਦੇ ਹੋ ਉਸ ਬੇਰੀ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਹੋ। ਇਸ ਕਰਕੇ ਉਹ ਗੁਰਦੁਆਰਾ ਬੇਰ ਸਾਹਿਬ ਬਣਿਆ, ਜਿੱਥੋਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਆ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕਿਰਪਾ ਦੇ ਨਾਲ, ਬਖਸ਼ਿਸ਼ ਦੇ ਨਾਲ, ਸੰਗਤ ਕਰਨ ਦੇ ਨਾਲ ਅੱਜ ਤੇ ਉਹ ਬੇਰੀਆਂ ਵੀ ਹਰੀਆਂ ਭਰੀਆਂ। ਵੇਈ ਨਦੀ ਦੀ ਵੀ ਕਿਰਪਾ ਹੋ ਗਈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿੰਨੀਆਂ ਕਿਰਪਾ ਕੀਤੀਆਂ। ਉਸ ਵੇਈ ਨਦੀ ਵਿੱਚ ਟੁੱਬੀ ਲਾਈ, 3 ਦਿਨ ਅਲੋਪ ਰਹੇ। ਤੀਜੇ ਦਿਨ ਜਿੱਥੇ ਬਾਹਰ ਆਏ, ਸੁਲਤਾਨਪੁਰ ਲੋਧੀ ਦੀ ਧਰਤੀ ਹੋਏ, ਜਿੱਥੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਦਾ ਮੂਲ ਮੰਤਰ ਉਚਾਰਨ ਕੀਤਾ। ਸੰਗਤ ਜੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ। ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਰੂਪ ਸਾਨੂੰ ਲਿਆ ਕੇ ਸਾਡੀ ਝੋਲੀ ਵਿੱਚ ਦਾਤ ਪਾਈ। ਸੋਦਰ ਦਾ ਸ਼ਬਦ ਸਾਡੀ ਝੋਲੀ ਵਿੱਚ ਪਾਇਆ। ਵੇਈ ਚੋਂ ਬਾਹਰ ਆ ਕੇ ਸਤਿਗੁਰੂ ਜੀ ਨੇ ਗਾਇਆ। ਜਿਹੜੀ ਕੀਰਤਨ ਦੀ ਆਰੰਭਤਾ ਹੁੰਦੀ ਹੈ, ਆਪ ਜੀ ਕੀਰਤਨ ਸਰਵਣ ਕਰਦੇ ਹੋ, ਕੀਰਤਨ ਦੀ ਆਰੰਭਤਾ ਰਬਾਬ ਨਾਲ ਜਿਹੜੀ ਹੁੰਦੀ ਹੈ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੁੰਦੀ ਹੈ। ਪਹਿਲੇ ਦਿਨ ਜਿਹੜਾ ਕੀਰਤਨ ਆਰੰਭ ਹੋਇਆ ਹੈ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰਬਾਬ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤਾ। 550 ਸਾਲਾ ਜਦੋਂ ਮਨਾਇਆ ਤੇ ਮੇਰੇ ਮਨ ਵਿੱਚ ਇਹ ਗੱਲ ਆਈ ਕਿ ਕਿਉਂ ਨਾ ਹੋਵੇ ਕਿ ਜਦੋਂ ਅਸੀਂ 10 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਨਾ ਸੀ, ਮੇਰੇ ਮਨ 'ਚ ਆਇਆ ਕਿ ਇਸ ਦਿਨ ਨਰੋਲ ਰਬਾਬ ਨਾਲ ਕੀਰਤਨ ਹੋਵੇ। ਜਦੋਂ ਰਬਾਬ ਨਾਲ ਕੀਰਤਨ ਹੋਇਆ, ਸੱਚ ਗੱਲ ਹੈ ਜਿਨ੍ਹਾਂ ਸੰਗਤਾਂ ਨੇ ਉਹ ਦ੍ਰਿਸ਼ ਦੇਖਿਆ ਹੈ, ਇਸ ਤਰ੍ਹਾਂ ਸੀ ਜਿਵੇਂ ਕਾਲਜੇ ਨੂੰ ਕੋਈ ਰੁੱਗ ਭਰਦਾ ਹੋਵੇ। ਬੜੇ ਪਿਆਰ ਨਾਲ ਅੰਦਰ ਧੱਸਦੀ ਜਾਂਦੀ ਸੀ ਰਬਾਬ, ਇੰਨਾ ਚੰਗਾ ਸਾਜ਼ ਹੈ।
ਬੋਲੇ ਸੋ ਨਿਹਾਲ। ਸਾਡੇ ਗੁਰਦੁਆਰਾ ਸਾਹਿਬਾਨ ਚੋਂ ਇਹ ਸਾਜ਼ ਗਾਇਬ ਹੁੰਦੇ ਜਾ ਰਹੇ। ਗੁਰੂ ਕਿਰਪਾ ਕਰੇ ਆਪਾਂ ਇਹਨਾਂ ਨੂੰ ਲੈ ਕੇ ਆਈਏ। ਸੋ 550 ਰਾਗੀ ਸਿੰਘਾਂ ਨੇ 550 ਸਾਜ਼ ਗੁਰੂ ਕਾਲ ਵੇਲੇ ਜਿਹੜੇ ਸਾਜ਼ ਵਰਤੇ ਜਾਂਦੇ ਰਹੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੱਕ, ਉਹ ਸਾਜ਼ ਚਾਹੇ ਜੋੜੀ ਪਖਾਵਤ ਸੀ, ਚਾਹੇ ਦਿਲਰੂਬਾ ਸੀ, ਚਾਹੇ ਸਰੰਗੀ ਸੀ, ਉਹ 550 ਸਾਜ਼ ਲੈ ਕੇ ਇਕੱਠੇ 550 ਨੇ ਕੀਰਤਨ ਕੀਤਾ ਸੀਗਾ। ਔਰ ਉਹ ਵੀ 1 ਨਵੰਬਰ 2019 ਨੂੰ ਉਹ ਤੁਸੀਂ YouTube ਤੇ ਵੀ ਕੱਢ ਲਓਗੇ, ਤੁਹਾਨੂੰ ਮਿਲ ਜਾਏਗਾ। ਜਦੋਂ ਸੁਣੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਦਾ ਆਨੰਦ ਕੀ ਸੀਗਾ। ਸੋ ਬੜੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋਈ। ਵੇਈ ਨਦੀ ਚੋਂ ਬਾਹਰ ਆ ਕੇ ਸਤਿਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ। ਕੀਰਤਨ ਦੀ ਆਰੰਭਤਾ ਸੁਲਤਾਨਪੁਰ ਤੋਂ, ਤੇ ਧਿਆਨ ਟਿਕਾਉਣ ਦੀ ਜਾਚ। ਹੁਣ ਦੇਖੋ, ਕਹਿੰਦੇ ਤੁਸੀਂ ਕਹਿੰਦੇ ਹੋ ਅੱਲਾਹ ਤਾਲਾ, ਕਾਜੀ ਕਹਿੰਦਾ ਕਿ ਤੁਸੀਂ ਕਹਿੰਦੇ ਹੋ ਅੱਲਾਹ ਇੱਕ ਹੈ, ਖੁਦਾ ਇੱਕ ਹੈ, ਜੇ ਇੱਕ ਹੈ ਸਾਡੇ ਨਾਲ ਨਮਾਜ਼ ਅਦਾ ਕਰੋ। ਚਲੋ ਤੁਸੀਂ ਚਲੋ ਫਿਰ ਮਸਜਿਦ ਵਿੱਚ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ ਜੇ ਅੱਲਾਹ ਦਾ ਨਾਮ ਲੈਣਾ ਬੁਰੀ ਗੱਲ ਥੋੜ੍ਹੀ ਹੈ। ਚਲੇ ਗਏ ਕਾਜੀ ਤੇ ਨਵਾਬ ਸਾਹਿਬ ਨੇ ਨਮਾਜ਼ ਅਦਾ ਕੀਤੀ। ਧੰਨ ਗੁਰੂ ਨਾਨਕ ਸਾਹਿਬ ਜੀ ਖੜੇ ਰਹੇ, ਕਹਿੰਦੇ ਕੀ ਗੱਲ ਹੈ, ਤੁਸੀਂ ਨਮਾਜ਼ ਅਦਾ ਨਹੀਂ ਕੀਤੀ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕੀਤੀ ਤਾਂ ਤੁਸਾਂ ਵੀ ਨਹੀਂ। ਕਹਿੰਦੇ ਅਸੀਂ ਤਾਂ ਕੀਤੀ ਹੈ। ਕਹਿੰਦੇ ਫਿਰ ਇੱਕ ਗੱਲ ਦੱਸੋ, ਜਦੋਂ ਨਮਾਜ਼ ਅਦਾ ਕਰ ਰਹੇ ਸੀ ਤੁਹਾਡਾ ਧਿਆਨ ਕਿੱਥੇ ਸੀ? ਅਕਸਰ ਹੁੰਦਾ ਇੱਦਾਂ ਹੀ ਹੈ ਨਾ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਾਡਾ ਵੀ ਧਿਆਨ ਕਿਤੇ ਅਕਸਰ ਹੋਰ ਹੁੰਦਾ ਹੈ। ਇੱਕ ਦਿਨ ਇੱਕ ਭੈਣ ਕਹਿੰਦੀ, ਵੀਰ ਜੀ ਪਤਾ ਨਹੀਂ ਕੀ ਗੱਲ ਹੈ, ਸ਼ੁਰੂ ਜਪਜੀ ਕਰਦੀਆਂ ਭੋਗ ਸੋਦਰ ਦਾ ਪੈ ਜਾਂਦਾ ਹੈ। ਉਹਦਾ ਕਾਰਨ ਹੈ ਨਾ ਕਿ ਧਿਆਨ ਬਾਣੀ ਵਿੱਚ ਨਹੀਂ ਹੈ, ਧਿਆਨ ਕਿਸੇ ਹੋਰ ਪਾਸੇ ਹੈ, ਸੁਰਤ ਕਿਸੇ ਹੋਰ ਪਾਸੇ ਹੈ। ਸਤਿਗੁਰੂ ਸਿੱਖੋ, ਇਹ ਗੱਲ ਕਾਜੀ ਨੂੰ ਨਹੀਂ, ਸਿੱਖਾਂ ਨੂੰ ਵੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਹੀ ਹੋਈ ਜੇ। ਇਹ ਮਤ ਸਮਝਣਾ ਕਿ ਉਸ ਵਕਤ ਦੇ ਕਾਜੀ ਵਾਸਤੇ ਸੀ, ਅੱਜ ਸਾਡੇ ਵਾਸਤੇ ਵੀ, ਅੱਜ ਦੇ ਕਾਜੀਆਂ ਵਾਸਤੇ ਵੀ, ਕਹ ਲਓ ਧਾਰਮਿਕ ਆਗੂਆਂ ਵਾਸਤੇ ਤੇ ਸੰਗਤਾਂ ਵਾਸਤੇ ਵੀ ਹੈ ਕਿ ਜਦੋਂ ਰੱਬ ਦਾ, ਖੁਦਾ ਦਾ, ਪਰਮਾਤਮਾ ਦੀ ਇਬਾਦਤ ਕਰਨੀ ਹੈ, ਸਿਫਤ ਸਲਾਹ ਕਰਨੀ ਹੈ, ਉਸ ਵਕਤ ਵੀ ਸਾਡਾ ਧਿਆਨ ਇਕਾਗਰ ਹੋਣਾ ਚਾਹੀਦਾ ਹੈ, ਗੁਰੂ ਨਾਲ ਜੁੜਨਾ ਚਾਹੀਦਾ ਹੈ। ਆਤਮਾ ਪਰਮਾਤਮਾ ਵਿੱਚ ਲੀਨ ਹੋਏਗੀ ਤੇ ਆਤਮਾ ਦੇ ਅੰਦਰ ਆਨੰਦ ਪੈਦਾ ਹੋਏਗਾ ਨਾ। ਆਨੰਦ ਅਸੀਂ ਕਹਿੰਦੇ ਹਾਂ ਪਰ ਆਨੰਦ ਨੂੰ ਕਦੀ ਮਹਿਸੂਸ ਨਹੀਂ ਕੀਤਾ। ਇੱਕ ਗੱਲ ਯਾਦ ਰੱਖਿਓ, ਸੁਖ ਦਾ ਵਿਰੋਧੀ ਸ਼ਬਦ ਹੈ ਦੁੱਖ, ਸ਼ੁੱਧ ਦਾ ਵਿਰੋਧੀ ਸ਼ਬਦ ਹੈ ਅਸ਼ੁੱਧ। ਆਨੰਦ ਆਪਣੇ ਆਪ ਵਿੱਚ ਮੁਕੰਮਲ ਸ਼ਬਦ ਹੈ ਜਿਹਦਾ ਕੋਈ ਵਿਰੋਧੀ ਸ਼ਬਦ ਹੀ ਨਹੀਂ ਹੈ। ਤੇ ਜਦੋਂ ਆਨੰਦ ਆ ਗਿਆ ਫਿਰ ਉਹ ਜਾਣਾ ਨਹੀਂ ਹੈ। ਅਸੀਂ ਤੇ ਕੁਝ ਖਾ ਕੇ ਹੀ ਕਹਿੰਦੇ ਆਨੰਦ ਆ ਗਿਆ, ਪਰ ਆਤਮਾ ਦਾ ਆਨੰਦ, ਸਰੀਰ ਦੇ ਆਨੰਦ ਤੁਸੀਂ ਰਸਾਂ ਕਸਾਂ ਨੂੰ ਇਹ ਸਾਡੇ ਦੁੱਖ ਦਾ ਕਾਰਨ ਵੀ ਬਣ ਸਕਦੇ, ਪਰ ਜਿਹੜਾ ਆਤਮਾ ਦਾ ਆਨੰਦ ਹੈ ਨਾ ਉਹ ਤੇ ਸੁੱਖ ਦਾ ਕਾਰਨ ਬਣੇਗਾ ਨਾ। ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀਲੇ, ਪਰਮਾਤਮਾ ਦੀ ਸ਼ਰਨ ਵਿੱਚ ਆਉਣਾ ਹੈ ਨਾ। ਸੁੱਖ ਨਾਹੀ ਹਾਰ ਕੇ ਨਾਮ ਬਿਨ, ਜਦੋਂ ਤੱਕ ਸਾਡੀ ਆਤਮਾ ਪਰਮਾਤਮਾ ਨੂੰ ਸਮਰਪਿਤ ਨਹੀਂ ਹੁੰਦੀ ਉਨੀ ਦੇਰ ਗੱਲ ਬਣਨੀ ਹੋਣੀ। ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਹਾਡਾ ਧਿਆਨ ਕਾਜੀ ਸਾਹਿਬ ਕਿੱਥੇ ਸੀ? ਇਹ ਜ਼ਿਕਰ ਜਿਸ ਮਸਜਿਦ ਵਿੱਚ ਕੀਤਾ ਉਹ ਮਸਜਿਦ ਅੱਜ ਵੀ ਮੌਜੂਦ ਹੈ। ਜਦੋਂ ਆਓਗੇ ਸੁਲਤਾਨਪੁਰ ਦਰਸ਼ਨ ਹੋ ਜਾਣਗੇ। ਭਾਵਨਾ ਬਣਾ ਕੇ ਆਇਓ। ਕਹਿੰਦੇ ਜੀ ਜੇ ਮੇਰਾ ਤੇ ਧਿਆਨ ਵਾਕਿਆ ਹੀ ਨਹੀਂ ਸੀ, ਮੈਂ ਘਰ ਘੋੜੀ ਨੇ ਬੱਚਾ ਦਿੱਤਾ ਸੀ, ਖੂਹ ਕੋਲ ਕੂਆਂ ਸੀ, ਉਹਦੇ ਵਿੱਚ ਗਿਰ ਨਾ ਜਾਏ, ਧਿਆਨ ਚਲਿਆ ਗਿਆ, ਤੁਸੀਂ ਨਵਾਬ ਸਾਹਿਬ ਨਾ ਕਰਨ ਦੇ। ਕਹਿੰਦੇ ਉਹਨਾਂ ਨੂੰ ਪੁੱਛ ਲਓ। ਕਹਿੰਦਾ ਝੂਠ ਤਾਂ ਮੈਂ ਵੀ ਨਹੀਂ ਨਵਾਬ ਸਾਹਿਬ ਕਹਿੰਦੇ ਬੋਲਣਾ, ਕਿਉਂਕਿ ਮੇਰੀ ਵੀ ਸੁਰਤ ਬਿਰਤ ਜਿਹੜੀ ਹੈ ਉਹ ਜਾ ਚੁੱਕੀ ਸੀਗੀ। ਕਿੱਥੇ? ਕਹਿੰਦੇ ਕਾਬਲ ਵਿੱਚ ਘੋੜੇ ਖਰੀਦਣ ਜਾ ਚੁੱਕੀ ਸੀ। ਕਿਉਂਕਿ ਕਈ ਵਾਰ ਰੱਬ ਦਾ ਨਾਂ ਲੈਂਦਿਆਂ ਵੀ ਸਾਡੀ ਸੁਰਤ ਜਿਹੜੀ ਹੈ ਉਹ ਵਪਾਰ ਵਿੱਚ, ਆਪਣੇ ਕਾਰ ਵਿਹਾਰ ਵਿੱਚ ਹੁੰਦੀ ਹੈ। ਜਪਜੀ ਤੇ ਅੰਮ੍ਰਿਤ ਵੇਲੇ ਪੜ੍ਹ ਰਹੇ ਹੁੰਦੇ ਆ ਕਿ ਇਸ ਕਰਕੇ ਕਿ ਮੈਂ ਕਹਾਂ ਮੈਂ 5 ਬਾਣੀਆਂ ਦਾ ਨਿਤਨੇਮ ਕਰਕੇ ਆਏ ਹਾਂ। ਬਾਣੀ ਇੱਕ ਦਾ ਵੀ ਨਿਤਨੇਮ ਹੋ ਜਾਵੇ, ਟਿਕ ਕੇ ਹੋ ਜਾਵੇ। ਮੈਂ ਨਹੀਂ ਕਹਿੰਦਾ 5 ਦਾ ਨਹੀਂ ਕਰਨਾ, 5 ਕਰਨੀਆਂ ਨੇ, ਪਰ ਮੇਰੇ ਕਹਿਣ ਦਾ ਮਤਲਬ ਕਿ ਟਿਕ ਕੇ ਹੋ ਜਾਵੇ, ਪਿਆਰ ਵਿੱਚ ਭਿੱਜ ਕੇ ਹੋ ਜਾਵੇ। ਤੇ ਜਦੋਂ ਪਿਆਰ ਵਿੱਚ ਭਿੱਜ ਕੇ ਹੋ ਜਾਵੇਗਾ ਉਦੋਂ ਅੰਦਰ ਆਨੰਦ ਬਣ ਜਾਵੇਗਾ। ਗਿਆਨੀ ਸੰਤ ਸਿੰਘ ਜੀ ਮਸਕੀਨ ਕਿਹਾ ਕਰਦੇ ਸੀ 5 ਮਿੰਟ ਦਾ ਜਪਿਆ ਹੋਇਆ ਨਾਮ 24 ਘੰਟੇ ਦਾ ਆਨੰਦ ਰਸ ਬਣਿਆ ਰਹਿੰਦਾ ਹੈ। ਬਿਲਕੁਲ ਗੱਲ ਸੱਚ ਹੈ, ਪਰ ਜਪਿਆ ਤਾਂ ਜਾਵੇ ਨਾ, ਜਪ ਕੇ ਤੇ ਦੇਖੀਏ ਨਾ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਾਡੇ ਤੇ ਹੋਈ। ਸੋ ਇਹ ਇਤਿਹਾਸ ਸੁਲਤਾਨਪੁਰ ਲੋਧੀ ਦਾ, ਜਿੱਥੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਸ਼ਾਦੀ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਬਰਾਤ ਬਟਾਲੇ ਜਾਂਦੀ ਹੈ, ਵਿਆਹ ਕੇ ਮਾਤਾ ਸੁਲੱਖਣੀ ਜੀ ਨੂੰ ਉੱਥੇ ਲੈ ਕੇ ਆਂਦਾ ਜਾਂਦਾ ਹੈ। ਉੱਥੇ ਹੀ ਸਾਹਿਬਜ਼ਾਦਿਆਂ ਦਾ ਜਨਮ, ਸਾਹਿਬਜ਼ਾਦਾ ਬਾਬਾ ਸ਼੍ਰੀ ਚੰਦ ਜੀ, ਸਾਹਿਬਜ਼ਾਦਾ ਬਾਬਾ ਲਖਮੀ ਦਾਸ ਜੀ ਦਾ ਉੱਥੇ ਹੀ ਜਨਮ ਹੁੰਦਾ ਹੈ। ਜਿੱਥੇ ਜਨਮ ਹੋਇਆ ਉੱਥੇ ਗੁਰਦੁਆਰਾ ਗੁਰੂ ਕਾ ਬਾਗ ਸ਼ੁਭਤ ਹੈ। ਗੁਰਦੁਆਰਾ ਗੁਰੂ ਕੇ ਬਾਗ ਜਿਨ੍ਹਾਂ ਨੇ ਸਭ ਤੋਂ ਵੱਧ ਸੇਵਾ ਕੀਤੀ, ਬਾਬਾ ਬਖਸ਼ੀਸ਼ ਸਿੰਘ ਜੀ ਮੇਰੇ ਨਾਲ ਆਏ ਨੇ, ਉਹ ਵੀ ਇੱਥੇ ਪਹੁੰਚੇ ਨੇ। ਸੰਗਤ ਜੀ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਇਹ ਇਤਿਹਾਸਕ ਅਸਥਾਨ ਜਿਨ੍ਹਾਂ ਦੇ ਆਪ ਜੀ ਦਰਸ਼ਨ ਦਿਦਾਰੇ ਅੱਜ ਵੀ ਕਰਦੇ ਹੋ,
मैं बेनती कर रहा सी संगत का असर मनुख के जीवन में हो जाता है। एक इतिहास में गाथा साझी कर लवां कि एक राजपूत घराने नाल संबंध रखने वाले के मन में ठोकर वजी, विराग हो गया, विरागी बन गया। तो विरागी बन के नादेड़ की धरती ते आप जी जानते हो माधोदास के नाम नाल रहन लग्या। तो एक दिन सतगुरु धन गुरु गोबिंद सिंह साहब महाराज जी की संगत नसीब हुई। गुरु गोबिंद सिंह महाराज जी कहने लगे, माधोदास तू राजपूत घराने नाल संबंध रखदा सी, ए विरागी कदों दा बन गया? कहंदा सच्चे पातशाह जानवर ते उहदे बच्चियां दी मौत देख के सहन नहीं हुई, मन नूं ठोकर वजी, विराग हो गया। धन गुरु गोबिंद सिंह साहब महाराज जी कहने लगे, माधोदास तू जानवर की मौत उहदे बच्चियां दी मौत देख के सहन नहीं कीती ते विरागी हो गया। इस धरती हिंदुस्तान की धरती ते कईयां भैणां दे वीर मौत के घाट उतार दिते, मावां दे पुत जड़े है कईयां दे सुहाग उजाड़ दिते, कईयां दे माँ बाप चढ़ाई कर गए, उन्होंने कतल करके रख दिता। इस धरती ते खून दियां दिन दिहाड़े नदियां वह रही ने, जुल्म ने ये शिखरां नूं छुया होया है। धन गुरु अर्जन साहब महाराज जी नूं तत्ती तवी ते बिठा के साड़ दिता गया। इस धरती के उत्ते भाई मती दास जी का आरे दे नाल दो फाड़ कर दिता गया। भाई सती दास जी नूं रूम विच लपेट के साड़ दिता गया। भाई दयाला जी नूं आलू वांग उबाल दिता गया। तुसीं इन्ना जुल्म सहन किवें करके बैठे हो? सिर रख के कहता, सच्चे पातशाह मैनू बंदा बनाओ। धन गुरु गोबिंद सिंह महाराज जी की संगत नसीब हुई, बंदा बनाया, अमृत की दात दी, अमृत छक के सिंह सजिया, खालसा बनया ते खालसा राज स्थापित किया। याद रखो हिंदुस्तान की धरती ते 714 साल मुगलिया हुकूमत रही है। जिहड़ी सरकार 5 साल है, जिहदियां जड़ां किन्नियां मजबूत होंदियां, 714 साल वाली सरकार दीयां जड़ां किन्नियां मजबूत होणगियां, अंदाज़ा लाना। उस मरदे कामल ने 714 साल तो चलदी आउंदी मुगलिया हुकूमत दीयां जड़ां पुट के रख दित्तियां, खालसा राज स्थापित कर दिता। क्यों? गुरु की मिली हुई संगत विचों इन्नी शक्ति, इन्ना बल मिलिया। अखीर जदों गुरदास नंगल की गढ़ी चों फड़िया गया तो इत्थे आपां नूं पता है ना, जदों उस अखां दे सामने छिपे छलार शहीद कर दिते, उहदे बेटे नूं फड़ के लिआंदा गया ते तिखा छुरा बाबा बंदा सिंह बहादुर के हत्थ विच फड़ा के कह लगे कि इस तिखे छुरे दे नाल अपने पुत्र का कालजा पाड़। कहते मैं धन गुरु गोबिंद सिंह महाराज जी की, बाबा बंदा सिंह बहादुर कहता कीती है संगत, गुरु गोबिंद सिंह जी की संगत चों जिहड़ा नसीब होया है, ये मेरा पुत है, इहदी जगह ते तेरा पुत भी होवेगा, मैं ये काम तां भी नहीं करांगा। कहते की नसीब होया है? धन गुरु गोबिंद सिंह महाराज जी ने क्या है कि सिखा तू भज्जे जांदे दी पिठ ते वार नहीं करना, शरण आए ते वार नहीं करना, निहत्थे ते वार नहीं करना, बजुर्ग ते वार नहीं करना, औरत ते वार नहीं करना, बच्चे ते वार नहीं करना। कहते ये तो मेरा बच्चा है, इत्थे तेरा बच्चा भी होवे, काम नहीं करांगा, क्योंकि मैं संगत गुरु गोबिंद सिंह महाराज जी की की। तिखे छुरेना बाबा बंदा सिंह बहादुर के बेटे का कालजा पाड़ के धड़कदा होया दिल कढ़ के उहदे मूँह विच तुन दिता। कहते हुण दस फिर तू संगत कीती? कहना कहता संगत बिल्कुल कीती है। कहता मेरे देश का एक दस्तूर है, कहता जदों लाड़ा लाड़ी औरत नूं विआउण जांदा है ना, उहदा सहुरे परिवार मूँह जठालदा है मठियाई नाल। कहता है तो मैं भी लाड़ा, लाड़ी औरत नहीं, लाड़ी मौत विआउणा है, इस करके मेरा मूँह जिहड़ा है बर्फी नाल नहीं, मठियाई नाल नहीं, पुत दे दिल नाल ही जुठा जा सकदा सी। यह है संगत का असर। धन गुरु गोबिंद सिंह महाराज जी की कीती होई जिहो जे गुरु की संगत की, उवें दा गुरु का सिख हो गया। ये इतिहास में अनेकां मसालां मिलदियां ने। सतगुरु सच्चे पातशाह जी की बाणी नूं पढ़ीए तो पता लगता है। चाणक्य ने बड़ा सोहना लिखिया, कहता संसार के लोगों शेर के घुरने में जाओगे ना, वो तिखियां नौंदरां नाल तुहानूं पाड़ देवेगा। तो जो तिखियां नौंदरां नाल पाड़ेगा, उहदे पाड़े होए दी किन्नी क दर्द होएगी, पीड़ा होएगी, पर कहते उस तो भयानक पीड़ा है भैड़ी संगत दी। दूसरी गल कहता जे किते हाथ च बिछवा फड़ो, डंग मारेगा, मनुख तड़फदा है, पर उस तो किते ज़्यादा कहता वो तो कुछ पलों लई तड़फदा है, जिहदे हाथ च बिछवा डंग मार देवे, पर जिहड़ा भैड़ी संगत करदा वो सारी जिंदगी तड़फदा है। कहता संसार के लोगों जे किते कन खजूरा कन विच पै जाए, मनुख सारी रात चैन की नींद नहीं सो सकता। पर एक गल याद रखियो, भैड़ी संगत करने वाला तो सारी जिंदगी चैन की नींद नहीं सो सकता। कहता संसार के लोगों जे किते सप के मूँह च उंगली पा दो, वो डंग मारेगा, जहर चढ़ जाएगा। सप के जहर नालों भयानक जहर है भैड़ी संगत का। कहता जे किते अग च सड़ जाओ, अग च सड़े हुए मनुख की बॉडी के उत्ते, जिस्म के उत्ते साड़ पैंदा है, पर भैड़ी संगत करने वाले की आत्मा ते साड़ पैंदा है।
बड़े सोहने चनकिया दे बोल ने, कहता सिंगन के बन में बसीए कसीए कर्म है विश्वा गह लीजै कान खजूरा प्रवेश कराए कै सांप के मुख में उंगली दीजै गिरते गिरिए अग ते जरिए ते तक कष्ट। कहता अनंत सहो पर मूर्ख मीत को संग न कीजे, कहते मूर्ख नूं मित्र ना बनाए। संगत का इन्ना ज़्यादा असर हो जाता है, ताई तक है ना साकत कबीर साकत संग ना कीजिए दूरों जाइए भाग। कहते संगत मूर्खों की संगत जी है ना वो नहीं करनी चाहिए, छड़ के दौड़ जाना चाहिए, उन्होंने तो किनारा करना चाहिए। भाई साहब भाई गुरदास जी बड़ा सोहना लिखते संगत के संबंध में, कहते चंदन वास वनासपत मिल चंदन होवे अष्ट धात एक धात संग पारष्ट होवे नदियां नाले वाहड़े मिल गंग गंगोवे पतत उदाहरण साध संग मिल पापा धोवे। साध संगत का एक वो सरोवर है, इत्थे आके जन्म जन्म की इस मन को मल लागी काला हुआ सो इत्थे मैल उतरदी जन्मां जन्मांतरां दी आत्मा दे उत्ते विषय विकारां दी भैड़ दी मैल जिहड़ी लगी है वो गुरु दी गोद विच आके उतरदी। सत संगत कैसी जानी है जिथे एको नाम वखाणी, जिथे केवल आत्मा ते परमात्मा दे मिलाप की गल होवे। ते मैं अपने वक्त नूं ध्यान विच रखदिआं होइआं इन्हां कह देवां कि तुहाडे मन विच एक सवाल ते शंका पैदा हो सकती कि बाबा जी बड़े लोग वेखे संगत करते जीवन में कोई तब्दीली नहीं। गुरबाणी ने उन्हां लोकां नूं भी मनिया। ये गल ठीक है कि जीवन में तब्दीली किवें आएगी। पहली गल सतगुरु जी की बाणी ने जिक्र किया कि ये ठीक है कुछ लोग वो हैगे है जिन्हां दे जीवन में तब्दीली नहीं आउंदी। वो किहड़े लोग ने? सतगुरु जी की बाणी विचों सानूं इस गल की उदाहरण साडीआं अखां दे सामने पैंदी है। कहंदे कबीर बांस बड़ाई बुढ़िया इत मत बूढ़ो कोए चंदन कै निकटै बसै बांस सुगंध ना होए। कहंदे सारे दे सारे पौधे चंदन के कोल रहन वाले सुगंधी देन लग जाते, लेकिन एक पौधा है भावें चंदन ने मुढ़ नाल उगावे उहदे चों सुगंधी नहीं आउंदी। किहड़ा है? बांस का दरख्त। क्यों नहीं आउंदी? उहदा कारण है। कारण यह है कि बांस के अंदर एक तो कठोरता है, दूसरी उहदे अंदर खोखलापन है, दो उहदे विच वड्डे औगण ने। पहली गल सुगंधी नूं अपने अंदर प्रवेश करन ही नहीं देंदी, उहदी कठोरता अंदर ही नहीं जाण देंदी। ते जदों अंदर नहीं जाएगी तो फिर उहदे चों सुगंधी आएगी किवें? तो इस तरह दूसरा खोखलापन है। जे किते चली भी जाए तो वह जिधर दी गई एक साइड तो दूसरी साइड तो बाहर निकल आउंदी है, उहदे चों सुगंधी किवें आ सकदी? इस तरह गुरु की बाणी कहती कुछ लोग वो भी ने जिहड़े गुरु के अमृत रूपी बचनां नूं अपने हिरदे के अंदर आत्मा के अंदर प्रवेश ही नहीं करन देंदे। तो जदों तक प्रवेश नहीं कर देंगे फिर उन्हां दा जीवन में तब्दीली किवें आएगी? क्यों नहीं कर देंगे? क्योंकि उन्हां दे अंदर भी एक कठोरता है। उन्हां दे अंदर कोई हौमे, किसी के अंदर हौमे की कठोरता है, किसी के अंदर धन की कठोरता है, अंदरला जिहड़ा है वह सख्त हो चुकिया है। जब तक आत्मा गुरु अगे नहीं रखांगे, गुरु वालों बचन साडे हिरदे विच सुरत विच नहीं पैणगे, जदों तक असी गुरु का उपदेश अपने हिरदे च नहीं वसावांगे उन्नी देर तक आनंद बनना नहीं है। 2-4 मिनट रह गए, उहदे विच मैं ये बेनती करा संगत जी, जिहड़ी जदों गुरु की बाणी पढ़नी है दो गल्लां जहन च जरूर रखो। एक ते एक नूं परमात्मा एक है, उहदे वर्गा दूसरा कोई है नहीं। वो परमात्मा जिहड़ा सदैव काल जिसकी होंद हस्ती जिसका नाम है, वो परमात्मा जिहड़ा सृष्टि का क्रिएटर है, वो परमात्मा जिहड़ा निर्भव ते निर्वैर है तो जिसते समय का कोई असर नहीं है, वो परमात्मा जिहड़ा जमदा ते मरदा नहीं, जिहदी होंद अपने आप तो है। उस परमात्मा नाल मिलिया किवें जा सकता है? गुरु की किरपा द्वारा, सतगुरु जी की। ते दूसरी गल जिहड़ी है वो ये जेहन च रखिया करो कि सचियारा होई है। असी गुरुद्वारे आने हैं, धर्म स्थान पर आने हैं, 2, 10, 5, 10, 50, 100 अगे रख के फिर एक घरों लिस्ट लैके आने, बाबा आ भी कर दे, आ भी कर दे, आ भी कर दे, एक टिक्का लवाने, आपे ही लिस्ट लियांदी घरों, अपनी मर्जी ना पैसे पाए, अपनी मर्जी ना टिक्का लवाउणियां गुरु अगे खड़ के शुरू कर दिंदे। नहीं, कदी ये गल भी जरूर क्या करो, मैं नहीं कहता मंग गुरु कोलों ना मंगो, रज रज मंगो, गुरु कोलों लैना है, किहदे कोलों लैना, पर एक गल याद रखो, कदी गुरु नूं ये भी क्या करो, सच्चे पातशाह अपना सिर गुरु अगे रख के कह दिया करो, सच्चे पातशाह इहदे च कुछ पा दे, किरपा कर दे, अपने हुक्म अनुसार जिंदगी जीवन की शक्ति बख्श दे। किव सचियारा हुई है,
ਕਿ ਕੂੜੇ ਟੁੱਟੇ ਪਾਲ ਅੰਦਰੋਂ ਝੂਠ ਦੀ ਕੰਧ ਕਿਵੇਂ ਟੱਟ ਸਕਦੀ ਹੈ। ਤੇ ਫਿਰ ਹੁਕਮ ਰਾਜ਼ਾਈ ਚੱਲਣਾ, ਤੇਰੇ ਹੁਕਮ ਵਿੱਚ ਚੱਲਣਾ ਆ ਜਾਵੇ, ਗੁਰੂ ਦੇ ਹੁਕਮ ਵਿੱਚ ਰਹਿਣਾ ਆ ਜਾਵੇ, ਇਹ ਸੰਗਤ ਦਾ ਅਸਰ ਹੋ ਜਾਏਗਾ। ਜਦੋਂ ਅਸੀਂ ਸੰਗਤ ਵਿੱਚ ਆਉਂਦੇ ਲਾਹਾ ਪ੍ਰਾਪਤ ਕਰੀਏ ਸੋ ਸਾਡੀ ਆਤਮਾ ਪਰਮਾਤਮਾ ਨਾਲ ਜੁੜ ਜਾਵੇ। ਸਾਰੀਆਂ ਸੰਗਤਾਂ ਦਾ ਧੰਨਵਾਦ, ਫੁੱਲ ਚੁੱਕਦੀ ਖਿਮਾ, ਪ੍ਰਬੰਧਕ ਜਨਾਂ ਦਾ ਧੰਨਵਾਦ, ਗੁਰੂ ਕੇ ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਭਾਈ ਸੁਖਬੀਰ ਸਿੰਘ ਜੀ ਦੇ ਰਾਗੀ ਜਥੇਦਾਰ ਨੂੰ ਜੀਓ ਆਇਆਂ ਆਖਦਾ ਹਾਂ। ਇੱਕ ਆਪ ਜੀ ਨੂੰ ਬੇਨਤੀ ਕਰਦਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਦਾ ਸੇਵਾਦਾਰ ਹੋਣ ਦੇ ਨਾਤੇ ਆਪ ਜੀ ਨੇ ਭਾਈ ਕਾਰਡ 'ਤੇ ਲਿਖਿਆ ਹੁੰਦਾ, ਮੇਰੇ ਚਾਚੂ ਦਾ ਵਿਆਹ ਹੈ, ਜਲੂਲ ਆਉਣਾ। ਗੁਰੂ ਨਾਨਕ ਦੇ ਘਰ ਦਾ ਬੱਚਾ ਹਾਂ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤਾਂ ਬੱਚਾ ਹੋਣ ਦੇ ਨਾਤੇ ਬੇਨਤੀ ਕਰਦਾ, ਜਲੂਲ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ 'ਤੇ ਦਰਸ਼ਨ ਦੀਦਾਰ ਕਰਨ ਵਾਸਤੇ ਆਪ ਜੀ ਨੇ ਆਉਣਾ। ਸੋ ਇਹ ਆਪ ਜੀ ਨੂੰ ਬੇਨਤੀ ਕਰਦਾ ਹਾਂ ਤੇ ਨਾਲ ਹੀ ਇਹ ਵੀ ਬੇਨਤੀ ਕਰਦਾ ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਇਸ ਸੁਚਾਰੂ ਪ੍ਰਬੰਧ ਨੂੰ ਚਲਾਉਂਦੇ ਰਹੋ, ਇਹ ਕਾਰਜ ਕਰਦੇ ਰਹੋ। ਇੱਕ ਅਰਦਾਸ, ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਗੁਰੂ ਦੇ ਬਚਨ ਆਪਣੇ ਹਿਰਦੇ 'ਚ ਵਸਾਇਓ, ਤੇ ਇੱਕ ਅਰਦਾਸ ਗੁਰੂ ਚਰਨਾਂ ਵਿੱਚ ਮੇਰੇ ਵਾਸਤੇ ਕਰ ਦਿਓ। ਸੱਚੇ ਪਾਤਸ਼ਾਹ ਬੇਸ਼ੱਕ ਗਰੀਬੀ ਦਾ ਰਾਜ ਬਖਸ਼ੀ, ਐ ਪਰ ਸੀਸ ਤੇ ਸਿੱਖੀ ਦਾ ਤਾਜ ਬਖਸ਼ੀ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਨਾਲ ਜਿਹੜੀ ਲੱਗੀ ਹੈ ਉਹ ਅੰਤਮ ਸਵਾਸ ਤੱਕ ਨਿਭ ਜਾਵੇ, ਇਹ ਚਿੱਟੀ ਦਾੜੀ ਚਲੀ ਜਾਵੇ, ਇਹ ਗੁਰੂ ਕਿਰਪਾ ਸਿਰ 'ਤੇ ਹੱਥ ਰੱਖੇ। ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀਰ ਪ੍ਰਿੰਸ, ਜਿਹੜੇ ਇੱਥੋਂ ਤੁਹਾਡੇ ਨਿਰੰਕਾਰੀ ਕਲੋਨੀ ਤੋਂ ਅਕਸਰ ਇਹਨਾਂ ਦੇ ਕੋਲ ਅਸੀਂ ਰਾਤ ਠਹਿਰੇ ਸੀਗੇ। ਬੜੇ ਚੰਗਾ ਸੁਭਾਅ ਹੈ, ਇਹਨਾਂ ਨਾਲ ਪਿਆਰ ਹੈ, ਸਨੇਹ ਹੈ। ਸੋ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਨਾਲ ਆਏ ਹੈ। ਅਤੇ ਬਾਬਾ ਬਖਸ਼ੀਸ਼ ਸਿੰਘ ਜੀ ਅਲੀ ਕਲਾਂ ਵਾਲੇ, ਜਿਹੜੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਜਿਨ੍ਹਾਂ ਨੇ ਬਹੁਤ ਸੇਵਾਵਾਂ ਕੀਤੀਆਂ, ਹੋਰ ਵੀ ਬਹੁਤ ਗੁਰਧਾਮਾਂ ਦੇ ਉੱਤੇ ਦਿਲ ਰਾਤ ਸੇਵਾਵਾਂ ਕਰਦੇ ਨੇ। ਗੁਰੂ ਕਿਰਪਾ ਕਰੇ ਇਹਨਾਂ ਨੂੰ ਇਸੇ ਤਰ੍ਹਾਂ ਪਾਸਦੀਆਂ ਸੇਵਾਵਾਂ ਕਰਦੇ ਰਹਿਣ। ਭੁੱਲ ਚੁੱਕ ਦੀ ਖਿਮਾ, ਬੀਬੀ ਰਣਜੀਤ ਕੌਰ ਜੀ ਦਾ ਅਤੇ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਆਪ ਜੀ ਦੇ ਦਰਸ਼ਨ ਕਰਵਾਏ ਨੇ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ